ਅੱਜ ਪੰਜਵੀਂ ਅਸ਼ਟਪਦੀ ਦਾ 7ਵਾਂ ਪਦਾ ਜਿਹੜਾ ਹੈ ਉਹਦੀ ਵਿਚਾਰ ਜੀ ਅਸੀਂ ਅੱਜ ਆਰੰਭ ਕਰਾਂਗੇ। ਸੋ 7ਵਾਂ ਪਦਾ ਜੋ ਹੈ ਉਹ ਇੱਕ ਵਾਰੀ ਪੜ੍ਹ ਕੇ ਅਸੀਂ ਵਿਚਾਰ ਅਸੀਂ ਅੱਗੇ ਕਰਾਂਗੇ। ਰਹਿਤ ਅਵਰ ਕਛ ਅਵਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ। जानन हार प्रभु परवीन, बाहर भेग न काहू पीन। अवर उपदेसै आप न करै, आवत जावत जन में मरै। जिसकै अंतर बसे निरंकार, तिसकी सीख तरह संसार। जो तुम भाने तिन प्रभ जाता, नानक उन जन चरण पराता। जो तुम भाने तिन प्रभ जाता, नानक उन जन चरण पराता। ਬਾਣੀ ਨੂੰ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਕਿ ਜਿੱਥੇ ਤੱਕ ਪੜ੍ਹਨਾ ਜ਼ਰੂਰੀ ਹੈ, ਪੜ੍ਹਨ ਦੇ ਨਾਲ ਨਾਲ ਸਮਝਣਾ ਵਿਚਾਰਨਾ ਵੀ ਜ਼ਰੂਰੀ ਹੈ। ਔਰ ਸਮਝਣਾ ਵਿਚਾਰਨਾ ਜਿਹੜਾ ਹੈ ਉਹ ਸਿਰਫ ਉਹਦੇ ਬਾਰੇ ਗੱਲ ਕਰ ਲੈਣੀ ਜਾਂ ਸਿਰਫ ਵਿਚਾਰ ਕਰ ਲੈਣੀ ਹੀ ਨਹੀਂ, ਉਸ ਵਿਚਾਰ ਦੇ ਪਿੱਛੇ ਵਿਵੇਕ ਬੁੱਧ ਵੀ ਹੋਣੀ ਚਾਹੀਦੀ। ਬੜੀ ਜਗ੍ਹਾ ਬਾਣੀ ਇਸ ਢੰਗ ਨਾਲ ਵਿਚਾਰੀ ਜਾਂਦੀ ਹੈ ਜਿਹੜੀ ਕਿ ਗੁਰਮਤ ਦੇ ਸਿਧਾਂਤ, ਗੁਰਮਤ ਦੀ ਜਿਹੜੇ ਫੰਡਾਮੈਂਟਲਸ ਨੇ, ਗੁਰਮਤ ਦੇ ਜਿਹੜੇ ਪ੍ਰਿੰਸੀਪਲਸ ਨੇ, ਉਹਨਾਂ ਤੇ ਖਰੀ ਨਹੀਂ ਉਤਰਦੀ, ਉਹਨਾਂ ਨਾਲ ਮੇਲ ਨਹੀਂ ਖਾਂਦੀ। ਉਹਨੂੰ ਵੀ ਅਸੀਂ ਬਾਣੀ ਦੀ ਵਿਚਾਰ ਜਾਂ ਬਾਣੀ ਦੀ ਅਸੀਂ ਸੋਝੀ ਸਮਝ ਲੈਂਦੇ ਹਾਂ, ਲੇਕਿਨ ਉਹ ਐਕਚੁਅਲ ਦੇ ਵਿੱਚ ਨਹੀਂ। ਜਦ ਤੱਕ ਬਾਣੀ ਦੀ ਵਿਚਾਰ ਉਸੇ ਨੂੰ ਕਵਾਂਗੇ ਜਦੋਂ ਜਿਹੜੇ ਗੁਰਮਤ ਦੇ ਸਿਧਾਂਤਾਂ ਦੇ ਅਨੁਕੂਲ ਹੋਏ। ਸੋ ਬੇਸਿਕ ਫੰਡਾਮੈਂਟਲ ਜਿਹੜੇ ਬੇਸਿਕ ਪ੍ਰਿੰਸੀਪਲ ਜਿਹੜੇ ਨੇ ਗੁਰਮਤ ਦੇ, ਉਹਨਾਂ ਨੂੰ ਜ਼ਰੂਰ ਨਾਲ ਦੇ ਨਾਲ ਅਸੀਂ ਲਗਾ ਕੇ ਉਸ ਜਿਹੜਾ ਹੈ ਹਾਂਜੀ, ਆਵਾਜ਼ ਆ ਰਹੀ ਹੈ? ਥੋੜਾ ਜਿਹਾ ਡਿਸਟਰਬ ਹੋਇਆ, ਮੈਂ ਡਿਸਕਨੈਕਟ ਹੋਇਆ। ਡਿਸਟਰਬ ਹੋ ਗਈ, ਹੁਣ ਆ ਗਈ ਹੈ, ਹੁਣ ਠੀਕ ਹੈ ਨਾ? ਠੀਕ ਹੈ ਜੀ, ਥੈਂਕ ਯੂ। ਸੋ ਅਸੀਂ ਗੱਲ ਕਰ ਰਹੇ ਸੀ ਕਿ ਇਹ ਸਾਰੇ ਜਿਹੜੇ ਬੇਸਿਕ ਪ੍ਰਿੰਸੀਪਲ ਸਿਧਾਂਤ ਨੇ ਬਾਣੀ ਨੂੰ ਸਮਝਣ ਦੇ, ਰਹਾਓ ਪਿਛਲਾ ਅਗਲਾ ਸ਼ਬਦ ਜਿਹੜਾ ਹੈ ਜਾਂ ਸ਼ਬਦ ਦੀ ਅਖੀਰਲੀ ਪੰਕਤੀ ਹੈ ਜਾਂ ਉਹਦੀ ਕਿਹੜੀ ਭਾਸ਼ਾ ਹੈਗੀ ਹੈ ਜਾਂ ਹੋਰ ਦੇ ਜਿਹੜੇ ਬਣਤਰ ਕਿਸ ਤਰ੍ਹਾਂ ਦੀ ਹੈ, ਸਾਰੀਆਂ ਚੀਜ਼ਾਂ ਨੂੰ ਜਦੋਂ ਅਸੀਂ ਵਿਚਾਰਾਂਗੇ ਤਾਂ ਹੀ ਸ਼ਬਦ ਜਾਂ ਬਾਣੀ ਦੀ ਵਿਚਾਰ ਸਹੀ ਢੰਗ ਨਾਲ ਹੋ ਸਕਦੀ ਹੈ। ਹੁਣ ਸੁਣਨ ਦੇ ਵਿੱਚ ਨਾ ਗੱਲ ਬੜੀ ਔਖੀ ਜੀ ਵੀ ਲੱਗਦੀ ਹੈ ਕਈ ਵਾਰੀ ਸੁਣਨ ਵਾਲੇ ਨੂੰ ਕਿ ਬਈ ਮੈਂ ਅਗਰ ਬਾਣੀ ਨੂੰ ਸਮਝਣਾ ਹੈ ਤੇ ਮੈਨੂੰ ਇੰਨਾ ਮਤਲਬ ਉਹ ਕਰਨਾ ਪਏਗਾ, ਇੰਨੀ ਘਾਲਣਾ ਕਰਨੀ ਪਏਗੀ ਕਿ ਮੈਂ ਸ਼ਬਦ ਨੂੰ ਪਹਿਲੇ ਸਮਝਾਂ, ਫਿਰ ਮੈਂ ਉਹਦੀ ਭਾਸ਼ਾ ਸਮਝਾਂ, ਫਿਰ ਮੈਂ ਉਹਦੇ ਰਹਾਓ ਨੂੰ ਪੰਕਤੀ ਨੂੰ ਪੜ੍ਹਾਂ, ਫਿਰ ਮੈਂ ਅਗਲੇ ਸ਼ਬਦ ਨੂੰ ਦੇਖਾਂ, ਪਿਛਲਾ ਸ਼ਬਦ ਦੇਖਾਂ, ਜਾਂ ਉਹਦੇ ਬੇਸਿਕ ਸਿਧਾਂਤ ਨੇ ਕੀ ਨੇ, ਜਾਂ ਹੋਰ ਸਾਰੀਆਂ ਚੀਜ਼ਾਂ ਮੈਨੂੰ ਦੇਖ ਕੇ ਤਾਂ ਮੈਨੂੰ ਇੰਨਾ ਬੜਾ ਔਖਾ ਜਿਹਾ ਕੰਮ ਲੱਗਦਾ। ਪਰ ਇਹ ਇਤਨਾ ਔਖਾ ਜਿਤਨਾ ਸੁਣਨ ਦੇ ਵਿੱਚ ਲੱਗ ਰਿਹਾ, ਇਤਨਾ ਔਖਾ ਹੁੰਦਾ ਨਹੀਂ ਹੈ। ਇਹ ਇਸੇ ਤਰ੍ਹਾਂ ਹੈਗਾ ਜਿਸ ਤਰ੍ਹਾਂ ਫਸਟ ਟਾਈਮ ਜਦੋਂ ਗੱਡੀ ਕੋਈ ਚਲਾਉਣ ਬੈਠਦਾ ਨਾ, ਤੇ ਗੱਡੀ ਚਲਾਉਣ ਵਾਲਾ ਜਿਹੜਾ ਨਾਲ ਬੰਦਾ ਬੈਠਦਾ ਉਹ ਉਹਨੂੰ ਦੱਸਦਾ ਹੈ ਕਿ ਬਈ ਇਸ ਤਰ੍ਹਾਂ ਕਰ, ਪਹਿਲੇ ਤੂੰ ਕਲਚ ਦਬਾ, ਉਹ ਕਲਚ ਤੂੰ ਅਗਲੇ ਪੰਜੇ ਨਾਲ ਦਬਾਣਾ ਹੈ, ਪੂਰੇ ਪੈਰ ਨਾਲ ਨਹੀਂ ਦਬਾਣਾ, ਅਗਲੇ ਪੰਜੇ ਨਾਲ ਕਲਚ ਦਬਾ, ਫਿਰ ਹਲਕਾ ਜਾਂ ਫਿਰ ਗੇਅਰ, ਪਹਿਲਾ ਗੇਅਰ ਪਾਣਾ ਹੈ। ਔਰ ਇਹ ਇੱਕੋ ਜਿਹੜਾ ਉਹਦਾ ਲੀਵਰ ਦੇ ਨਾਲ ਸਾਰੇ ਗੇਅਰ ਪੈਂਦੇ ਨੇ, ਇਸ ਹਲਕਾ ਜਿਹਾ ਪ੍ਰੈਸ ਕਰਕੇ ਇਹ ਵਾਲਾ ਗੇਅਰ ਪਏਗਾ, ਪਹਿਲਾ ਗੇਅਰ ਪਏਗਾ, ਫਿਰ ਤੂੰ ਹਲਕਾ ਜਿਹਾ ਜਿਹੜਾ ਹੈ ਤੂੰ ਐਕਸੀਲੇਟਰ ਦਬਾਣਾ ਹੈ ਤੇ ਹੌਲੇ ਹੌਲੇ ਕਲਚ ਛੋੜਨਾ ਹੈ, ਫਿਰ ਤੂੰ ਸਟੀਅਰਿੰਗ ਨੂੰ ਕਰਨਾ, ਮਤਲਬ ਇਸ ਤਰ੍ਹਾਂ ਜੋ ਹੀ ਤੇਰੀ ਸਪੀਡ 10 12 15 ਤੱਕ ਹੋ ਜਾਏਗੀ, ਫਿਰ ਤੂੰ ਕਲਚ ਫਿਰ ਦਬਾਣਾ ਹੈ, ਫਿਰ ਤੂੰ ਐਕਸੀਲੇਟਰ ਛੋੜ ਦੇਣਾ ਹੈ, ਫਿਰ ਤੂੰ ਬ੍ਰੇਕ ਤੇ ਪੈਰ ਰੱਖ ਲੈਣਾ ਹੈ, ਫਿਰ ਤੂੰ ਮਤਲਬ ਉਹ ਸਾਰੀਆਂ ਚੀਜ਼ਾਂ ਜੋ ਦੇਖਦਾ ਨਾ ਬੰਦਾ, ਸੋਚਦਾ ਕਹਿੰਦਾ ਮੈਨੂੰ ਇੰਨਾ ਕੁਝ ਕਰਨਾ ਪਏਗਾ, ਕਿੰਨੀਆਂ ਚੀਜ਼ਾਂ ਧਿਆਨ ਰੱਖਣੀਆਂ ਪੈਣਗੀਆਂ, ਪਹਿਲੇ ਮੈਂ ਕਲਚ ਦਬਾਵਾਂਗਾ, ਫਿਰ ਮੈਂ ਇੱਧਰ ਗੇਅਰ ਵੱਲ ਧਿਆਨ ਦਿਆਂਗਾ, ਫਿਰ ਮੈਂ ਅੱਗੇ ਧਿਆਨ ਦੇਵਾਂਗਾ, ਫਿਰ ਮੈਂ ਸਪੀਡੋਮੀਟਰ ਦੇਖਾਂਗਾ ਕਿੰਨੀ ਸਪੀਡ ਮੇਰੀ ਹੋ ਗਈ ਹੈ, ਫਿਰ ਮੈਂ ਉਹਨੂੰ ਫਿਰ ਦੁਬਾਰਾ ਮੈਂ ਕਲਚ ਛੋੜਾਂਗਾ, ਫਿਰ ਐਕਸੀਲੇਟਰ ਛੋੜਾਂਗਾ, ਫਿਰ ਸਾਰੀਆਂ ਚੀਜ਼ਾਂ ਕਹਿੰਦਾ ਯਾਰ ਇਹ ਤੇ ਬੜੀ ਮੁਸ਼ਕਲ ਹੈ ਗੱਡੀ ਚਲਾਣੀ।
लेकिन जो ही वो एक बारी गड्डी चलानी आ जाती है, ਇਹ ਕੰਮ ਸਹਿਜੇ ਹੀ ਹੁੰਦੇ ਜਾਂਦੇ ਨੇ। ਸਾਰੇ ਕੰਮ ਉਨੇ ਹੀ ਹੁੰਦੇ ਨੇ ਜਿੰਨਾ ਉਹ ਫਸਟ ਡੇ ਜਦੋਂ ਸਿੱਖਣ ਲੱਗਦਾ ਨਾ, ਉਸੇ ਤਰ੍ਹਾਂ ਦੇ ਸਾਰੇ ਕੰਮ ਹੁੰਦੇ ਨੇ ਜਦੋਂ ਐਕਸਪਰਟ ਹੋ ਜਾਂਦਾ। ਲੇਕਿਨ ਇਹ ਸਾਰੇ ਕੰਮ ਕਰਦੇ ਕਰਦੇ ਵੀ ਉਹ ਗੱਲਾਂ ਵੀ ਕਰਦਾ ਰਹਿੰਦਾ ਹੈ, ਆਸੇ ਪਾਸੇ ਵੀ ਦੇਖਦਾ ਰਹਿੰਦਾ ਹੈ, ਔਰ ਮਿਊਜ਼ਿਕ ਵੀ ਸੁਣਦਾ ਰਹਿੰਦਾ ਹੈ, ਔਰ ਨਾਲ ਨਾਲ ਗੱਡੀ ਵੀ ਚਲਾਈ ਜਾਂਦਾ। ਉਹਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਉਹਨੇ ਕਲਚ ਦਬਾਤਾ, ਕਦੋਂ ਉਹਨੇ ਗੇਅਰ ਚੇਂਜ ਕਰ ਲਿਆ, ਆਪਣੇ ਆਪ ਸਹਿਜੇ ਹੀ ਹੁੰਦਾ ਜਾਂਦਾ। ਠੀਕ ਇਸੇ ਤਰ੍ਹਾਂ ਗੁਰਬਾਣੀ ਜਦੋਂ ਅਸੀਂ ਸਮਝਣੀ ਸ਼ੁਰੂ ਕਰਦੇ ਹਾਂ ਤੇ ਸਹਿਜੇ ਹੀ ਸਾਨੂੰ ਜਿਹੜੀਆਂ ਸਾਰੀਆਂ ਚੀਜ਼ਾਂ ਨਾਲ ਦੇ ਨਾਲ ਆਪਣੇ ਆਪ ਹੀ ਪਤਾ ਲੱਗਣੀਆਂ ਸ਼ੁਰੂ ਹੋ ਜਾਂਦੀਆਂ। ਸਾਰੀ ਗੱਲ ਸਾਡੀ ਆਪਣੀ ਪ੍ਰੈਕਟਿਸ ਦੀ ਹੈਗੀ ਹੈ, ਔਰ ਪ੍ਰੈਕਟਿਸ ਜਿਹੜੀ ਹੈ ਉਹ ਸਾਨੂੰ ਆਪ ਖੁਦ ਕਰਨੀ ਪੈਣੀ ਹੈ। ਕਹੋ ਨਾਨਕ ਬਿਨ ਆਪਾ ਚੀਨੇ ਮਿਟੇ ਨਾ ਭਰਮ ਕੀ ਕਾਈ। ਇਹ ਭਰਮ ਨਹੀਂ ਹਟ ਸਕਦਾ ਜਦ ਤੱਕ ਅਸੀਂ ਆਪਣੇ ਆਪ ਨੂੰ ਉਹ ਉਸ ਢੰਗ ਦੇ ਨਾਲ ਨਹੀਂ ਸਮਝਾਂਗੇ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ, ਇਸ ਕਰਕੇ ਮੈਂ ਗੱਲ ਕਰ ਰਿਹਾ ਕਿ ਸੁਖਮਨੀ ਸਾਹਿਬ ਦੀ ਬਾਣੀ ਜਦੋਂ ਅਸੀਂ ਵਿਚਾਰਨੀ ਸ਼ੁਰੂ ਕੀਤੀ ਹੈ ਤੇ ਸਭ ਤੋਂ ਪਹਿਲੇ ਅਸੀਂ ਇਹਦਾ ਸਿਰਲੇਖ ਸਮਝਿਆ ਸੀ। 2 ਕਲਾਸਿਸ ਦੇ ਵਿੱਚ ਸਿਰਫ ਸਿਰਲੇਖ ਦੀ ਗੱਲ ਕੀਤੀ ਸੀ, ਤੇ ਸਿਰਲੇਖ ਤੋਂ ਬਾਅਦ ਅਸੀਂ ਫਿਰ 2 ਕਲਾਸਿਸ ਦੇ ਵਿੱਚ ਸਿਰਫ ਤੇ ਸਿਰਫ ਰਹਾਉ ਦੀ ਪੰਕਤੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਂ ਕੈ ਮਨ ਵਿਸਰਾਮ, ਉਹਦੇ ਤੇ ਵੀ ਲਗਾਇਆ ਸੀ। ਔਰ ਜਿਤਨੀ ਵੀ ਇਹਦੇ ਤੇ ਅੱਗੇ ਅੱਗੇ ਸਾਨੂੰ ਪਦੇ ਦੀ ਵਿਚਾਰ ਕਰਦੇ ਪਏ ਆ, ਜਾਂ ਸ਼ਲੋਕ ਦੀ ਵਿਚਾਰ ਕੀਤੀ ਹੈ, ਜਾਂ ਹੋਰ ਜੋ ਵੀ ਗੱਲ ਕੀਤੀ ਹੈ, ਅਸੀਂ ਉਸ ਰਹਾਉ ਦੀ ਪੰਕਤੀ ਦੀ ਟੇਕ ਨਹੀਂ ਛੱਡ ਸਕਦੇ, ਨਾ ਹੀ ਛੱਡੀ ਅਸੀਂ। ਹਰ ਅਸ਼ਟਪਦੀ ਜਿਹੜੀ ਹੈ ਉਹਦਾ ਟਾਈਟਲ, ਉਹਦਾ ਸ਼ਲੋਕ ਹੁੰਦਾ ਹੈ, ਪਹਿਲੇ ਸ਼ਲੋਕ ਨੂੰ ਵਿਚਾਰਦੇ ਆ, ਔਰ ਸਾਰੇ ਪਦੇ ਜਿਹੜੇ ਨੇ ਉਸ ਸ਼ਲੋਕ ਦੇ ਉੱਤੇ ਬੇਸਡ ਹੁੰਦੇ ਨੇ। ਉਹ ਸਾਰੀ ਬਾਣੀ ਜਿਹੜੀ ਹੈ ਉਸ ਰਹਾਉ ਦੀ ਪੰਕਤੀ ਦੇ ਨਾਲ ਜਿਹੜੀ ਹੈ ਉਹ ਕਨੈਕਟਡ ਹੈ, ਉਹਨੂੰ ਅਸੀਂ ਨਹੀਂ ਭੁੱਲ ਸਕਦੇ, ਨਾ ਅਸੀਂ ਛੱਡ ਸਕਦੇ ਹਾਂ। ਸੋ ਸੁਖਮਨੀ ਸਾਹਿਬ ਦਾ ਜਿਹੜਾ ਰਹਾਉ ਹੈ ਉਹ ਹਰ ਜਗ੍ਹਾ ਤੇ ਉਸ ਨੂੰ ਆਧਾਰ ਬਣਾ ਕੇ ਸਾਨੂੰ ਸਮਝਣਾ ਚਾਹੀਦਾ ਹੈ। ਸੋ ਇਸ ਜਿਹੜੀ ਅਸ਼ਟਪਦੀ ਦੀ ਅਸੀਂ ਗੱਲ ਕਰ ਰਹੇ ਹਾਂ, ਅਸੀਂ ਇਸੀ ਦਾ ਐਗਜ਼ਾਮਪਲ ਅਗਰ ਲੈ ਲਈਏ ਤੇ ਪਿਛਲੇ ਅਸ਼ਟਪਦੀਆਂ 'ਚ ਵੀ ਅਸੀਂ ਟਾਈਮ ਟੂ ਟਾਈਮ ਅਸੀਂ ਸਮਝਦੇ ਰਹੇ ਹਾਂ ਕਿ ਕਿਸ ਤਰ੍ਹਾਂ ਉਹਦੀ ਬਣਤਰ ਹੈ। ਠੀਕ ਇਸੀ ਤਰ੍ਹਾਂ ਇਸ ਜਿਹੜਾ ਅਸ਼ਟਪਦੀ ਹੈ ਉਹਦਾ ਸ਼ਲੋਕ ਹੈ, ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਨ ਸੁਆਏ, ਨਾਨਕ ਕਹੂੰ ਨ ਸੀਜਈ ਬਿਨ ਨਾਵੇਂ ਪਤ ਜਾਏ। ਸੋ ਇਸ ਦੀ ਵੀ ਬਣਤਰ ਨੂੰ ਅਸੀਂ ਧਿਆਨ ਨਾਲ ਜਦੋਂ ਦੇਖਾਂਗੇ ਤੇ ਪਹਿਲੇ 2 ਪਦੇ ਦੇ ਨਾ ਉਸ 2 ਪਦਿਆਂ ਦੇ ਵਿੱਚ ਦੇਨ ਹਾਰ ਪ੍ਰਭ ਛੋੜ ਕੇ ਦੀ ਗੱਲ ਕੀਤੀ ਹੈ, ਜਿਹਦੇ ਵਿੱਚ 10 ਵਸਤੂ ਲੈ ਪਾਛੇ ਪਾਵੇ, ਏਕ ਬਸਤ ਕਾਰਨ ਵਿਖੋ ਡਦੂ ਗਵਾਵੇ ਦੀ ਗੱਲ ਕੀਤੀ ਸੀ। ਉਹ ਦੇਨ ਹਾਰ ਪ੍ਰਭ ਛੋੜ ਕੇ ਕੀ ਹੁੰਦਾ। ਫਿਰ ਉਸ ਤੋਂ ਬਾਅਦ 3 ਪਦੇ ਜਿਹੜੇ ਨੇ ਲਾਗੇ ਆਨ ਸੁਆਏ, ਉਹ ਆਨ ਸੁਆਏ ਦੀ ਗੱਲ ਕੀਤੀ ਹੈ। ਆਨ ਸੁਆਏ ਦੇ ਵਿੱਚ ਅਨੇਕ ਭਾਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਕ, ਇਹ ਸਾਰੀ ਮਾਇਆ ਦੀ ਜਿਹੜੀ 3 ਪਦਿਆਂ ਦੇ ਵਿੱਚ ਉਹ ਜਿਹੜੀ ਗੱਲ ਕੀਤੀ ਸੀ, ਆਨ ਸੁਆਏ ਕੀ ਹੁੰਦਾ। ਇਹ ਐਸੀ 5 ਪਦਿਆਂ ਤੱਕ ਦੀ ਗੱਲ। ਫਿਰ 6ਵਾਂ ਔਰ 7ਵਾਂ ਪਦਾ ਜਿਹੜਾ ਹੈਗਾ ਉਹਦੇ ਵਿੱਚ ਜਿਹੜਾ ਹੈਗਾ ਬਿਨ ਨਾਵੇਂ ਪਤ ਜਾਏ, ਬਿਨ ਨਾਵੇਂ ਪਤ ਜਾਏ ਦੀ ਜਿਹੜੀ ਗੱਲ ਹੈ ਉਹ 2 ਪਦਿਆਂ 'ਚ ਸਾਨੂੰ ਦੇਖਣ ਨੂੰ ਮਿਲਦੀ ਹੈ, ਜਿਹੜੀ ਕਿ ਪਿਛਲੇ ਪਦੇ ਵਿੱਚ ਵੀ ਸਾਨੂੰ ਅਸੀਂ ਸਮਝ ਚੁੱਕਿਆ ਕਿ ਬਿਨ ਨਾਵੇਂ ਪਤ ਜਾਏ ਨੂੰ ਕਿਸ ਤਰ੍ਹਾਂ ਰਿਲੇਟ ਅਸੀਂ ਪਿਛਲੇ ਪਦੇ ਨਾਲ ਕੀਤਾ ਸੀ ਕਿ ਮੇਘ ਬਿਨਾ ਜੋ ਖੇਤੀ ਜਾਏ, ਜਾਂ ਜੋ ਕਿਰਪਨ ਕੇ ਨਿਧਾਰਤ ਦਾਮ। ਇਹ ਸਾਰੀ ਗੱਲ ਅਸੀਂ ਪਿਛਲੇ ਪਦੇ ਦੀ ਸਮਝੀ ਸੀ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਉਹ ਨਾਮ ਬਿਨਾ ਉਸਦੇ ਹੁਕਮ ਨੂੰ ਸਮਝਿਆ ਹੋਇਆ ਕਿਸ ਤਰ੍ਹਾਂ ਜਿਹੜੀ ਹੈ ਉਹ ਪੱਤ ਲੁੱਟੀ ਜਾਂਦੀ ਹੈ। ਸੋ ਅੱਜ ਦਾ ਪਦਾ ਜਿਹੜਾ ਹੈਗਾ ਉਹ ਰਹਿਤ ਅਵਰ ਕਛ ਅਵਰ ਕਮਾਵਤ, ਮਨਨੀ ਪ੍ਰੀਤ ਮੁਖੋ ਗੰਢ ਲਾਵਤ। ਰਹਿਤ ਦਾ ਜਿਹੜਾ ਆਖਰੀ ਅਰਥ ਹੈ ਨਾ, ਰਹਿਤ ਦਾ ਮਤਲਬ ਹੁੰਦਾ ਹੈ ਰਹਿਣਾ, ਜਾਂ ਕਿਸ ਤਰ੍ਹਾਂ ਰਹਿੰਦਾ ਹੈ, ਕਿਸ ਤਰ੍ਹਾਂ ਉਹ ਦਿਸਦਾ ਹੈ। ਇੱਕ ਇਨਸਾਨ ਜਿਹੜਾ ਹੈ ਉਹਦੀ ਰਹਿਣੀ ਬਹਿਣੀ ਕਿਹੋ ਜਿਹੀ ਹੈ, ਉਹਦੀ ਰਹਿਤ ਕਿਹੋ ਜਿਹੀ ਹੈ, ਉਹਦੀ ਬਾਹਰੀ ਜਿਹੜਾ ਹੈ ਉਹ ਆਊਟਲੁੱਕ ਕਿਸ ਤਰ੍ਹਾਂ ਦੀ ਹੈ। ਸੋ ਲੇਕਿਨ ਕਹਿੰਦੇ ਨੇ ਇੱਥੇ ਗੁਰੂ ਸਾਹਿਬ ਕਹਿੰਦੇ ਰਹਿਤ ਅਵਰ, ਰਹਿੰਦਾ ਦਿਖਦਾ ਤੂੰ ਕਿਸੇ ਹੋਰ ਢੰਗ ਨਾਲ ਹੈ, ਕਛ ਅਵਰ ਕਮਾਵਤ, ਕਮਾਈ ਤੇਰੀ ਕੁਝ ਹੋਰ ਹੈ। ਹੁਣ ਜਿਹੜੀ ਕਮਾਈ ਨੂੰ ਅਸੀਂ ਸਮਝਾਂਗੇ ਨਾ ਤੇ ਥੋੜਾ ਜਿਹਾ ਬਰੀਕੀ ਨੂੰ ਸਮਝੀਏ। ਐਕਚੁਅਲ ਕਮਾਈ ਦੇ ਵਿੱਚ ਜਦੋਂ ਆਮ ਦੁਨੀਆਵੀ ਭਾਸ਼ਾ ਦੇ ਵਿੱਚ ਵੀ ਜੇ ਸਮਝੀਏ ਤੇ ਕਮਾਈ ਜਿਹੜੀ ਹੁੰਦੀ ਹੈ, ਕਮਾਈ ਉਸ ਚੀਜ਼ ਨੂੰ ਕਹਿੰਦੇ ਨੇ ਜਿਹੜੀ ਕਿ ਸਾਨੂੰ ਸਾਰੀ ਘਾਲਣਾ, ਸਾਰੀ ਮਿਹਨਤ, ਸਾਰੇ ਐਫਰਟਸ ਕਰਨ ਤੋਂ ਬਾਅਦ ਜੋ ਸਾਡੇ ਹੱਥ ਦੇ ਵਿੱਚ ਆਂਦਾ ਹੈ ਨਾ, ਉਹਨੂੰ ਕਹਿੰਦੇ ਨੇ ਕਮਾਈ। ਪੂਰਾ ਮਹੀਨਾ ਜੋ ਇੱਕ ਬੰਦਾ ਮਿਹਨਤ ਕਰਦਾ ਹੈ, ਕੋਈ ਜੌਬ ਕਰਦਾ ਹੈ, ਪੂਰਾ ਮਹੀਨਾ ਸਵੇਰੇ ਜਾਂਦਾ ਹੈ ਸ਼ਾਮ ਨੂੰ ਆਉਂਦਾ ਹੈ, ਜਾਂ ਹੋਰ ਜਿਸ ਤਰ੍ਹਾਂ ਉਹ ਵੀ ਐਫਰਟਸ ਉੱਤੇ ਕਰਦਾ ਹੈ, ਜਿਸ ਢੰਗ ਨਾਲ ਵੀ ਉਹਦੀ ਕੰਮ ਹੈਗਾ, ਉਹ ਸਾਰਾ ਕੰਮ ਕਰਨ ਤੋਂ ਬਾਅਦ ਮਹੀਨੇ ਦੇ ਬਾਅਦ ਜੋ ਉਹਨੂੰ ਸੈਲਰੀ ਮਿਲਦੀ ਹੈ, ਉਹ ਸੈਲਰੀ ਕਹਿੰਦੇ ਨੇ ਇਹਦੀ ਕਮਾਈ ਹੈ।
ਜਾਂ ਇੱਕ ਬੰਦਾ ਕੋਈ ਬਿਜ਼ਨਸ ਕਰਦਾ ਹੈ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੋ ਵੀ ਉਹ ਕੰਮ ਕਰਦਾ ਹੈ, ਜਿਸ ਤਰ੍ਹਾਂ ਦੇ ਢੰਗ ਨਾਲ ਉਹ ਕੋਈ ਸੌਦਾ ਖਰੀਦਦਾ ਵੇਚਦਾ ਹੈ ਜਾਂ ਕੋਈ ਹੋਰ ਸਰਵਿਸਿਜ਼ ਦਾ ਕੰਮ ਹੈ, ਸ਼ਾਮ ਨੂੰ ਜੋ ਕੁਝ ਉਹਦੇ ਹੱਥ ਪੱਲੇ ਦੀ ਜੇਬ ਦੇ ਵਿੱਚ ਆਂਦਾ ਸਾਰੇ ਦਿਨ ਦੀ ਮਿਹਨਤ ਤੋਂ ਬਾਅਦ, ਉਹ ਉਹਨੂੰ ਕਹਿੰਦੇ ਨੇ ਇਹਦੀ ਕਮਾਈ ਹੈ। ਲੇਕਿਨ ਇਹ ਦੁਨਿਆਵੀ ਐਗਜ਼ਾਮਪਲ ਹੈ, ਸਿਰਫ ਪੈਸਿਆਂ ਨੂੰ ਜਾਂ ਮਾਇਆ ਨੂੰ ਜਾਂ ਕੈਸ਼ ਨੂੰ ਜਾਂ ਰੁਪਏ ਡਾਲਰ ਨੂੰ ਹੀ ਕਮਾਈ ਨਹੀਂ ਕਹਿੰਦੇ। ਜੋ ਕੁਝ ਵੀ ਸਾਡੇ ਐਫਰਟਸ, ਸਾਡੇ ਕੰਮ, ਸਾਡੇ ਕਰਮ, ਸਾਡੇ ਜੋ ਵੀ ਕੀਤੇ ਹੋਏ ਜਿਹੜੇ ਵਰਕ ਹੈ ਜਾਂ ਘਾਲਣਾ ਹੈ, ਉਸ ਤੋਂ ਬਾਅਦ ਜੋ ਉਹਦੇ ਰਿਜ਼ਲਟ ਦੇ ਮਤਲਬ ਸਾਨੂੰ ਮਿਲਦਾ ਹੈ, ਉਹਨੂੰ ਕਮਾਈ ਕਹਿੰਦੇ ਨੇ। ਔਰ ਕਈ ਤਰ੍ਹਾਂ ਦੀ ਕਮਾਈ ਦਾ ਜ਼ਿਕਰ ਜਿਹੜਾ ਹੈਗਾ ਬਾਣੀ ਵਿੱਚ ਵੀ ਸਾਨੂੰ ਮਿਲਦੇ ਨੇ। ਅਸੀਂ ਜਪਜੀ ਸਾਹਿਬ ਵਿੱਚ ਪੜ੍ਹ ਲੈਂਦੇ ਹਾਂ, ਅਸੰਖ ਗਲਵਡ ਹੱਤਿਆ ਕਮਾਏ, ਉਹ ਵੀ ਕਮਾਈ ਹੈ, ਉਹ ਵੀ ਕੁਝ ਕਮਾ ਰਿਹਾ। ਜਾਂ ਇੱਕ ਜਗ੍ਹਾ ਹੋਰ ਪੜ੍ਹਦੇ ਹਾਂ, ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ, ਪਾਪ ਵੀ ਇੱਕ ਕਮਾਈ ਹੈ, ਉਹ ਵੀ ਕਿਸੇ ਕੰਮ ਦਾ ਕੀਤਾ ਹੋਇਆ ਇੱਕ ਫਾਈਨਲ ਰਿਜ਼ਲਟ ਹੈ। ਲੇਕਿਨ ਜਿੱਥੇ ਜਿਸ ਤਰ੍ਹਾਂ ਇਹ ਕਮਾਈ ਹੈ ਨਾ, ਉਸੇ ਤਰ੍ਹਾਂ ਦੂਸਰੀ ਕਮਾਈ ਦਾ ਵੀ ਜ਼ਿਕਰ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਵਿੱਚ ਦੁਨੀਆ ਸੇਵ ਕਮਾਈ ਹੈ, ਉਹ ਵੀ ਕਮਾਈ ਹੈ। ਜਾਂ ਅਸੀਂ ਸੁਖਮਨੀ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਸਾਥ ਨਾ ਚਾਲੈ ਬਿਨ ਭਜਨ, ਵਿਖਿਆ ਸਗਲੀ ਛਾਰ, ਹਰ ਹਰ ਨਾਮ ਕਮਾਵਣਾ, ਨਾਨਕ ਇਹ ਧਨਸਾਰ, ਉਹ ਵੀ ਇੱਕ ਕਮਾਈ ਹੈ, ਹਰ ਹਰ ਨਾਮ ਕਮਾਵਣਾ। ਸੋ ਹਰ ਤਰ੍ਹਾਂ ਦੀ ਕਮਾਈ ਦਾ ਜਿਹੜਾ ਨਾ ਉਹ ਜ਼ਿਕਰ ਜਿਹੜਾ ਹੈਗਾ ਉਹ ਸਾਨੂੰ ਬਾਣੀ ਦੇ ਵਿੱਚ ਮਿਲਦਾ। ਤੂੰ ਕਿਸ ਤੇਰੇ ਕਰਮਾਂ ਤੋਂ ਤੇਰੀ ਜੋ ਪਰਸਨੈਲਿਟੀ ਬਣਦੀ ਹੈ, ਜਾਂ ਤੇਰੇ ਅੰਦਰ ਜੋ ਆ ਰਿਹਾ, ਜੋ ਪਾਵੇ ਭਾਂਡੇ 'ਚ ਵਸਤ ਜਿਹੜੀ ਪਾ ਰਿਹਾ, ਉਹ ਆਪਣੇ ਤੇਰੇ ਅੰਦਰ ਜੋ ਜਾ ਰਿਹਾ, ਉਹ ਤੇਰੀ ਕਮਾਈ ਹੈ। ਇਸੇ ਕਰਕੇ ਕਹਿੰਦੇ ਨੇ ਤੂੰ ਸੈਲਫ ਐਨਾਲਿਸਿਸ ਕਰ, ਆਪਣੇ ਆਪ ਨੂੰ ਸਮਝ ਕਿ ਤੂੰ ਕੀ, ਤੇਰੇ ਐਕਚੁਅਲ ਤੇਰੀ ਕਮਾਈ ਕੀ ਹੈਗੀ। ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕੇ ਕਿਆ ਤੁਧ ਕਰਮ ਕਮਾਇਆ। ਇਹ ਤੂੰ ਆਪਣੇ ਆਪ ਨੂੰ ਸੋਚ, ਜੋ ਕੋਈ ਵੀ ਤੈਨੂੰ ਦੱਸ ਨਹੀਂ ਸਕਦਾ। ਆਪਣੇ ਆਪ ਨੂੰ ਖੁਦ ਨੂੰ ਸਵੈ ਪੜਚੋਲ ਤੇਰੀ ਆਪ ਦੀ ਹੈ। ਸੋ ਇਹਨੂੰ ਕਿਹਾ ਕਿ ਰਹਿਤ ਅਵਰ ਕਛ ਅਵਰ ਕਮਾਵਤ। ਇਹ ਜਿਹੜੀ ਸਾਰੀ ਗੱਲ ਇਸ ਅਸ਼ਪਦੀ ਦੇ ਵਿੱਚ ਚੱਲਦੀ ਹੈ ਕਿ ਤੇਰਾ ਦਿਖਣਾ, ਤੇਰੀ ਰਹਿਣੀ ਬਹਿਣੀ, ਤੇਰੀ ਦੁਨੀਆ ਨੂੰ ਦਿਖਾਵਾ ਜਿਹੜਾ ਹੈ ਉਹ ਡਿਫਰੈਂਟ ਹੈ, ਔਰ ਜਿਹੜੀ ਤੇਰੀ ਐਕਚੁਅਲ ਕਮਾਈ ਹੈ ਉਹ ਡਿਫਰੈਂਟ ਹੈ, ਉਹ ਅਲੱਗ ਹੈ। ਮਨ ਨਹੀਂ ਪ੍ਰੀਤ ਮੁਖੋ ਗੰਢ ਲਾਵਤ, ਮੂੰਹ ਤੋਂ ਗੰਢ ਲਾਵਤ ਮਤਲਬ ਭਾਵੇਂ ਰੱਬ ਦਾ ਨਾਮ ਲੈ, ਭਾਵੇਂ ਬਾਣੀ ਪੜ੍ਹ, ਭਾਵੇਂ ਪਾਠ ਕਰ, ਭਾਵੇਂ ਮੰਦਰ ਮਸਜਿਦ ਜਾ, ਭਾਵੇਂ ਕੋਈ ਵੀ ਧਾਰਮਿਕ ਕਿਰਿਆ ਕਰ ਲੈ, ਉਹ ਮੂੰਹ ਕਰ ਰਿਹਾ, ਅੰਦਰ ਦੀ ਗੱਲ ਅੰਦਰ ਦੀ ਹੈ। ਮਨ ਨਹੀਂ ਪ੍ਰੀਤ। ਜਿੰਨੀ ਵੀ ਗੱਲਾਂ ਸਾਡੇ 'ਚ ਕਿਤੇ ਨਾ ਸਾਨੂੰ ਬੜਾ ਜ਼ੋਰ ਪਾਇਆ ਜਾਂਦਾ। ਅਸੀਂ ਪਿਛਲੀ ਵਾਰੀ ਗੱਲ ਕੀਤੀ ਸੀ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਹੁਣ ਸਾਨੂੰ ਬੜਾ ਜ਼ੋਰ ਪਾਇਆ ਜਾਂਦਾ, ਅੰਮ੍ਰਿਤ ਵੇਲੇ ਉੱਠਣਾ ਚਾਹੀਦਾ, ਨਾਮ ਜਪਣਾ ਚਾਹੀਦਾ, 3 ਵਜੇ ਉੱਠਣਾ ਚਾਹੀਦਾ ਕਿ ਚਾਹੇ 6 ਵਜੇ ਉੱਠਣਾ ਚਾਹੀਦਾ। ਤੇ ਬੜੀ ਬਹਿਸ ਹੈਗੀ ਹੈ ਇਹਦੇ 'ਚ, ਕੋਈ ਮਾੜੀ ਗੱਲ ਨਹੀਂ। ਸਵੇਰੇ ਉੱਠਣਾ ਚਾਹੀਦਾ, ਪਾਠ ਕਰਨਾ ਚਾਹੀਦਾ, ਸਭ ਕੁਝ ਠੀਕ ਹੈ। ਲੇਕਿਨ ਉਹਦੇ ਤੇ ਬੜੀ ਪੂਰੇ ਸਿੱਖ ਜਗਤ ਦੇ ਵਿੱਚ ਇਸ ਅੰਮ੍ਰਿਤ ਵੇਲੇ ਨੂੰ ਲੈ ਕੇ ਬੜੀ ਬਹਿਸਬਾਜ਼ੀ ਛਿੜੀ ਹੁੰਦੀ ਹੈ। ਕੋਈ ਵਕਤ ਨੂੰ ਅੰਮ੍ਰਿਤ ਵੇਲਾ ਕਹਿੰਦਾ ਹੈ, ਕੋਈ ਸਵੇਰ ਨੂੰ ਅੰਮ੍ਰਿਤ ਵੇਲਾ ਕਹਿੰਦਾ ਹੈ, ਕੋਈ ਕਿਸੇ ਨੂੰ, ਕੋਈ 3 ਵਜੇ ਨੂੰ ਅੰਮ੍ਰਿਤ ਵੇਲਾ ਕਹਿੰਦਾ, ਕੋਈ ਲੇਟ ਨੂੰ। ਹਰ ਤਰ੍ਹਾਂ ਦੀ ਉਹਦੇ ਵਿੱਚ ਆਪਣੀ ਜਿਹੜੀ ਹੈ ਓਪੀਨੀਅਨ ਹੈਗਾ। ਲੇਕਿਨ ਇਸ ਦੇ ਉੱਤੇ ਤੇ ਬੜੀ ਬਹਿਸ ਹੈ ਪੂਰੀ ਪੰਕਤੀ ਦੇ ਵਿੱਚੋਂ ਅੰਮ੍ਰਿਤ ਵੇਲੇ ਦੇ ਉੱਤੇ। ਲੇਕਿਨ ਵੱਡੀਆਂ ਹੀ ਵਿਚਾਰ, ਉਹ ਵਿਚਾਰ ਦੇ ਉੱਤੇ ਕੋਈ ਗੱਲ ਨਹੀਂ ਕਰਦਾ, ਉਹ ਵੀ ਤੇ ਅਸੀਂ ਪੰਕਤੀ ਦੇ ਵਿੱਚ ਲਿਖਿਆ ਹੋਇਆ। ਹੁਣ ਵਿਚਾਰ ਦੇ ਉੱਤੇ ਤੇ ਕੋਈ ਗੱਲ ਹੀ ਨਹੀਂ ਕਰਦਾ ਪਿਆ। ਸਾਰੇ ਜ਼ੋਰ ਜਿਹੜਾ ਹੈਗਾ ਅੰਮ੍ਰਿਤ ਵੇਲੇ ਤੇ ਲੱਗਿਆ ਹੋਇਆ, ਇੱਕੋ ਪੰਕਤੀ ਦੇ ਅਸੀਂ ਐਗਜ਼ਾਮਪਲ ਲੈ ਲਈਏ। ਔਰ ਸਿਰਫ ਉਸ ਪੰਕਤੀ ਤੇ ਨਹੀਂ, ਸਾਰਾ ਜਿਹੜਾ ਅਸੀਂ ਨਿਤਨੇਮ ਦੀ ਅਸੀਂ ਕਹਿ ਦਿੰਦੇ ਬਾਣੀਆਂ, ਜੇ ਉੱਥੇ ਸਵੇਰ ਵੇਲੇ ਇਹ ਗੱਲ ਕਹੀ ਹੈ ਵਡਿਆਈ ਵਿਚਾਰ, ਤੇ ਸ਼ਾਮ ਵੇਲੇ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਹਾਂ ਉਹਦੇ ਵਿੱਚ ਵੀ ਥਾਲ ਵਿੱਚ 3 ਵਸਤੂ ਪਈ ਹੈ, ਸਤ ਸੰਤੋਖ ਵਿਚਾਰੋ। ਵਿਚਾਰ ਲਫ਼ਜ਼ ਸਾਨੂੰ ਇਤਨਾ ਜ਼ਿਆਦਾ ਸਾਨੂੰ ਬਾਣੀ ਦੇ ਵਿੱਚ ਮਿਲਿਆ ਹੋਇਆ। ਹਰ ਲਗਭਗ ਹਰ ਗੁਰੂ ਗ੍ਰੰਥ ਸਾਹਿਬ ਦੇ ਹਰ ਪੇਜ ਦੇ ਉੱਤੇ 1 ਜਾਂ 2 ਵਾਰੀ ਸਾਨੂੰ ਵਿਚਾਰ ਲਫ਼ਜ਼ ਜ਼ਰੂਰ ਲਿਖਿਆ ਹੋਇਆ ਮਿਲੇਗਾ। ਅੱਗੇ ਕਹਿੰਦੇ ਜੈ ਘਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਸੋਹਿਲਾ ਬਾਣੀ ਦੇ ਵਿੱਚ। ਸੋ ਸਾਰਾ ਦਿਨ ਦੀ ਜਦੋਂ ਵੀ ਅਸੀਂ ਉਹ ਕਰਦੇ ਹਾਂ ਤੇ ਸਾਨੂੰ ਵਿਚਾਰ ਲਫ਼ਜ਼ ਮਿਲਦਾ, ਲੇਕਿਨ ਵਿਚਾਰ ਹੀ ਸਭ ਤੋਂ ਜ਼ਿਆਦਾ ਸਾਡੇ ਦੇ ਵਿੱਚ ਸਿੱਖ ਜਗਤ ਦੇ ਵਿੱਚ ਵਿਚਾਰ।
ਗੁਰਪ੍ਰੀਤ ਜੀ ਮਿਊਟ ਕਰੋ, ਕੌਣ ਹੈਗੇ ਨੇ? जानन हार प्रभु पर बीन, बाहर भेख ना काहू पीन। जानन हार प्रभु परबीन, परबीन है, परबीन का मतलब होता बहुत सियाणा, परफेक्ट। कहते वो जानन हार जिहड़ा प्रभु है बिल्कुल परफेक्ट है, बड़ा सियाणा है, असी मूर्ख नहीं बना सकते। और कमाल दी गल है कि सारियां जिद्दियां भी गल्लां सिख जगत दे विच जां गुरु साहबां ने सानू दित्तियां, असी ਉਹ ਚੀਜ਼ਾਂ ਨੂੰ, ਉਹਨਾਂ ਦੀ ਸਿੱਖਿਆਵਾਂ ਨੂੰ ਅਸੀਂ ਦੁਨੀਆ ਤੱਕ ਪਹੁੰਚਾਣੀਆਂ ਸੀ। ਲੇਕਿਨ ਹੈਰਾਨਗੀ ਦੀ ਗੱਲ ਹੈ ਕਿ ਅਸੀਂ ਵੀ ਉਹਨਾਂ ਚੀਜ਼ਾਂ ਦੇ ਵਿੱਚ ਫਸੇ ਪਏ ਹਾਂ। ਜੇ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਕਬੀਰ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਕਿ ਮਾਥੇ ਤਿਲਕ ਹੱਥ ਮਾਲਾ ਬਾਣਾ, ਲੋਗਨ ਰਾਮ ਖਿਲੋਣਾ ਜਾਣਾ, ਇਹ ਗੁਰੂ ਸਾਹਿਬ ਦੂਜਿਆਂ ਨੂੰ ਕਹਿੰਦੇ ਨੇ ਕਿ ਲੋਕ ਰਾਮ ਨੂੰ ਖਿਲੋਣਾ ਸਮਝਿਆ ਹੋਇਆ। ਤੇ ਅਸੀਂ ਇਹ ਗੱਲ ਤੇ ਦੁਨੀਆ ਤੱਕ ਪਹੁੰਚਾਣੀ ਸੀ ਕਿ ਰੱਬ ਕੋਈ ਰਾਮ ਜਿਹੜਾ ਹੈ ਉਹ ਕੋਈ ਖਿਲੌਣਾ ਨਹੀਂ ਹੈ, ਅਸੀਂ ਉਹਨੂੰ ਬੇਵਕੂਫ ਨਹੀਂ ਬਣਾ ਸਕਦੇ। ਪਰ ਸਾਡੇ ਵਿੱਚ ਹੀ ਪਤਾ ਨਹੀਂ ਇਹ ਚੀਜ਼ ਪ੍ਰਚਲਿਤ ਹੋ ਗਈ ਕਿੱਥੋਂ। ਉਹ ਜਿਹੜਾ ਉਹ ਗੁਰਦੁਆਰਾ ਬਣਾਇਆ ਹੋਇਆ ਇੱਕ ਇਹਨਾਂ ਨੇ, ਜਿੱਥੇ ਉਹ ਖਿਲੌਣੇ ਚੜਾਏ ਜਾਂਦੇ ਨੇ ਜਹਾਜ਼ ਦੇ ਵੀਜ਼ੇ ਲੈਣ ਵਾਸਤੇ। क्या वो बेवकूफ बनाने वाली गल नहीं है? और दूसरिਆਂ ਨੂੰ ਅਸੀਂ ਕਹਿੰਦੇ ਆ ਕਿ ਲੋਗਨ ਰਾਮ ਖਿਲੋਣਾ ਜਾਣਾ, ਅਸੀਂ ਤੇ ਰੋਗਨ ਨਾਮ ਖਿਲੋਣਾ ਕੀ, ਅਸੀਂ ਤੇ ਖਿਲੌਣੇ ਚੜਾ ਕੇ ਪਤਾ ਨਹੀਂ ਕਿਹੜਾ ਅਸੀਂ ਆਪਣੀ ਗੱਲ ਮਨਵਾਉਣਾ ਚਾਹੁੰਦੇ ਆ। ਉਹ ਖਿਲੌਣੇ ਹੀ ਨੇ, ਉਹ ਜਿਹੜੇ ਜਹਾਜ਼ ਚੜਾਏ ਜਾਂਦੇ, ਜਿਹੜੇ ਟੋਏ ਮਿਲਦੇ ਨੇ, ਉਹ ਸਾਰੇ ਉਹ ਟੋਏ ਚੜਾ ਕੇ ਅੰਦਰ ਬੈਠੇ ਅਰਦਾਸਾਂ ਵੀ ਕਰੀ ਜਾ ਰਹੇ ਨੇ ਤੇ ਬਾਹਰ ਲੋਕੀ ਚੜਾਈ ਵੀ ਜਾ ਰਹੇ ਨੇ। ਨਾ ਉਹ ਅਰਦਾਸਾਂ ਕਰਨ ਵਾਲੇ ਉਹਨਾਂ ਨੂੰ ਕੁਝ ਦੱਸ ਰਹੇ ਨੇ, ਨਾ ਜਾਣ ਵਾਲਿਆਂ ਨੂੰ ਕੁਝ ਉਹਨਾਂ ਨੂੰ ਪਤਾ ਚੱਲ ਰਿਹਾ ਕਿ ਬਾਣੀ ਦੇ ਵਿੱਚ ਆਇਆ ਕਿ ਬਾਣੀ ਕਹਿ ਕੀ ਰਹੀ ਹੈ ਸਾਨੂੰ। ਐਸੇ ਐਸੇ ਐਗਜ਼ਾਮਪਲ ਤੇ ਸਾਡੇ ਆਪਣੇ ਦੇ ਵਿੱਚ ਕਰ ਲਓ। ਪਰ ਗੁਰੂ ਸਾਹਿਬ ਕਹਿੰਦੇ ਜਿਤਨਾ ਮਰਜ਼ੀ ਭੇਖ ਕਰ ਲੈ, ਜਿਤਨਾ ਮਰਜ਼ੀ ਹੈ ਬਾਹਰ ਦੇ ਬਾਹਰ ਭੇਖ ਨਾ ਕਾਹੂ ਪੀਨ, ਕੋਈ ਵੀ ਭੇਖ ਜਿਹੜਾ ਹੈ ਨਾ ਉਹ ਤੇਰਾ ਚੱਲ ਨਹੀਂ ਸਕਦਾ। ਗੁਰਬਾਣੀ ਜਿਹੜੀ ਪੜ੍ਹਦੇ ਆ, ਲੋਕਾ ਵੇ ਉਹ ਸੁਹਵੀ, ਸੁਹਵੀ ਦਾ ਮਤਲਬ ਹੁੰਦਾ ਹੈ ਲਾਲ ਰੰਗ। ਜਿਹੜਾ ਅਸੀਂ ਦੇਖਦੇ ਆ ਨਾ ਕਿ ਸੂਹਾ ਰੰਗ ਹੁੰਦਾ, ਜਿਹੜਾ ਕੋਈ ਕਿਸੇ ਨੇ ਸੂਹਾ ਰੰਗ ਦਾ, ਲਾਲ ਰੰਗ ਦਾ ਕੱਪੜਾ ਪਾ ਲਿਆ। ਇੱਕ ਦੁਨਿਆਵੀ ਐਗਜ਼ਾਮਪਲ ਲੈ ਕੇ ਸਭ ਗੱਲ ਕਰਦੇ ਨੇ ਕਿ ਲੋਕਾ ਵੇਹੋ ਸੁਹਵੀ ਸੂਹਾ ਵੇਸ ਕਰੀ, ਵੇਸੀ ਸੋ ਨਾ ਪਾਇਆ ਕਰ ਵੇਸ ਰਹੀ। ਕਹਿੰਦੇ ਨੇ ਕਿ ਇੱਕ ਐਗਜ਼ਾਮਪਲ ਲਈ ਉਹਨੇ, ਦੁਨਿਆਵੀ ਐਗਜ਼ਾਮਪਲ, ਕਿ ਇੱਕ ਔਰਤ ਜਿਹੜੀ ਹੈ ਉਹਨੇ ਲਾਲ ਰੰਗ ਦੇ ਕੱਪੜੇ ਪਾ ਲਏ ਔਰ ਉਸਨੇ ਕਿਹਾ ਵੀ ਮੈਂ ਲਾਲ ਰੰਗ ਦੇ ਕੱਪੜੇ ਪਾ ਲਾਂਗੀ ਤੇ ਮੇਰੇ ਪਤੀ ਨੂੰ ਭਾ ਜਾਣਗੇ ਜਾਂ ਉਹ ਰਿੱਝ ਜਾਏਗਾ ਮੇਰੇ ਤੇ। ਕਹਿੰਦੇ ਠੀਕ ਹੈ, ਤੇਰੇ ਸੂਹੇ ਵੇਸ ਨੂੰ ਦੇਖ ਲੇਗਾ, ਲੇਕਿਨ ਤੇਰੇ ਤੇ ਰੀਝਣਾ ਕਹਿ ਲੋ ਜਾਂ ਤੈਨੂੰ ਐਕਸੈਪਟ ਕਰਨ ਉਹ ਤਾਂ ਕਰੇਗਾ ਜਦ ਤੇਰੇ ਅੰਦਰ ਕੋਈ ਕੁਆਲਿਟੀ ਹੋਏਗੀ, ਤੇਰੇ ਗੁਣ ਹੋਣਗੇ। ਤੇ ਸੂਹਾ ਵੇਸ ਪਾ ਕੇ ਤੂੰ ਉਹਦੇ ਨਾਲ ਲੜਦੀ ਹੋਏ ਜਾਂ ਉਹਦੀ ਗੱਲ ਨਾ ਮੰਨੇ ਜਾਂ ਉਹਦੇ ਪੁੱਠੇ ਕੰਮ ਕਰੇ ਸਾਰੇ, ਤੇ ਉਹ ਤੇਰਾ ਸੂਹੇ ਵੇਸ ਨੂੰ ਦੇਖੇਗਾ ਜਾਂ ਤੇਰੇ ਹਰਕਤਾਂ ਜਾਂ ਤੇਰੇ ਕਰਮ ਨੂੰ ਦੇਖੇਗਾ। ਸੋ ਉਹੀ ਐਗਜ਼ਾਮਪਲ ਜਿਹੜੀ ਗੁਰੂ ਸਾਹਿਬ ਨੇ ਲਈ ਹੈ ਕਿ ਲੋਕਾ ਵੇਹੋ ਸੁਹਵੀ ਸੂਹਾ ਵੇਸ ਕਰੀ, ਵੇਸੀ ਸੋ ਨਾ ਪਾਇਆ ਕਰ ਵੇਸ ਰਹੀ, ਨਾਨਕ ਤਿਨੀ ਸੋ ਪਾਇਆ ਜਿਨ ਗੁਰ ਕੀ ਸਿੱਖ ਸੁਣੀ, ਜੋ ਤਿਸ ਭਾਵੈ ਸੋ ਥੀਏ ਇਨ ਬਿਦ ਕੰਤ ਮਿਲੀ। ਸੋ ਗੱਲ ਜਿਹੜੀ ਹੈ ਉਸ ਕਹਿੰਦੇ ਅੰਦਰ ਦੀ ਹੈ। ਜੇ ਤੇਰੇ ਅੰਦਰ ਦੀਆਂ ਹਰਕਤਾਂ, ਤੇਰੇ ਅੰਦਰ ਦੇ ਕੰਮ, ਤੇਰੇ ਜਿਹੜੇ ਕਰਮ ਨੇ ਉਹ ਠੀਕ ਹੋਣਗੇ ਤੇ ਬਾਹਰਲਾ ਵੇਸ ਭਾਵੇਂ ਕੋਈ ਵੀ ਹੋਏ। ਔਰ ਇਹ ਗੱਲ ਜਿਹੜੀ ਹੈ ਧਾਰਮਿਕ ਜਗਤ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਹੈ ਪ੍ਰਚਲਿਤ ਹੋਈ ਹੈ। ਲੋਕੀ ਕੋਈ ਚਿੱਟੇ ਕੱਪੜੇ, ਕੋਈ ਨੀਲੇ ਕੱਪੜੇ, ਕੋਈ ਅੱਜ ਕੱਲ ਭਗਵੇ ਕੱਪੜੇ ਬਹੁਤ ਚੱਲੇ ਹੋਏ ਨੇ। ਅੱਜ ਕੱਲ ਜ਼ੋਰ ਉੱਥੇ ਚੱਲਿਆ ਹੋਇਆ ਸਾਰਾ। ਔਰ ਜਿਤਨਾ ਵੀ ਅਨਸਾਇੰਟਿਫਿਕ ਤੁਸੀਂ ਦੇਖ ਲਓ, ਜਿਤਨੇ ਵੀ ਅਨਸਾਇੰਟਿਫਿਕ ਮੰਨੀ ਜਾਂਦੀ ਨਾ ਚੀਜ਼ਾਂ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਕਿ ਇਹ ਅਨਸਾਇੰਟਿਫਿਕ ਹੈਗੇ ਨੇ, ਉਹ ਉਤਨਾ ਹੀ ਸਾਇੰਸ ਨੂੰ ਜ਼ਿਆਦਾ ਯੂਜ਼ ਕਰ ਰਹੇ। ਮਤਲਬ ਭੇਖ ਕਿਹੜਾ, ਮੂੰਹ ਕੀ ਕਿਹਾ ਜਾ ਰਿਹਾ ਔਰ ਅੰਦਰ ਕੀ ਚੱਲ ਰਿਹਾ।
जितनी ज्यादा अनसाइंटिफिक गल्लां भगवे वेस वाले करते हैं ना, उतना ज्यादा साइंस का यूज भगवे कपड़े वाले कर रहे हैं। तुसी परचोर करके देख लेना, जितनियां भी राजनीतिक पार्टियां हैं, तुसी आज खोज करके देख लेना, सब तो पहली राजनीतिक पार्टी केड़ी है जिन्हें अपनी वैबसाइट बनाई है। जो इंटरनेट चालू होया सी, वैबसाइट जिस राजनीतिक पार्टी ने बनाई सी ना, वो चेक करना केड़े ਉਹੀ पार्टी है ਜਿਹੜੀ कि अपने आप ਨੂੰ अनसाइंटिफिक कहनी, ਜਿਹੜੀ कहते नहीं कि सब कुछ भगवान करे, राम जी के भरोसे है सब कुछ। ਜਿਹੜੇ अनसाइंटिफिक ਗੱਲਾਂ ਕਰਦੇ ਨੇ ਨਾ, ਉਹੀ ਜ਼ਿਆਦਾ ਸਭ ਤੋਂ ਜ਼ਿਆਦਾ ट्विटर ਤੇ ਸਭ ਤੋਂ ਜ਼ਿਆਦਾ ਫਾਲੋਅਰ ਕਿਹਦੇ ਹੈਗੇ ਅੱਜ? ਹੁਣ ਕੱਲ ਪਰਸੋਂ ਦੀ ਨਿਊਜ਼ ਹੈ। ਸਾਇੰਸ ਦਾ ਯੂਜ਼ ਕਰਨ ਵਾਲਾ ਕੌਣ ਹੈ? ਜੋ ਆਪਣੇ ਆਪ ਨੂੰ ਸਾਇੰਸ ਤੋਂ ਵੱਖਰਾ ਰੱਖਦੇ ਨੇ ਦਿਖਾਉਣ ਵਾਸਤੇ, ਲੇਕਿਨ ਅੰਦਰ ਕੀ ਚੱਲ ਰਿਹਾ? ਸਭ ਤੋਂ ਜ਼ਿਆਦਾ ਲੇਟੈਸਟ ਸਾਇੰਟਿਫਿਕ ਹੈਡਕੁਆਟਰ ਕਿਹੜੀ ਪਾਰਟੀ ਦਾ ਹੈ? ਸੋ ਕਹਿਣ ਦਾ ਮਤਲਬ ਹੈ ਸਿਰਫ ਇਹ ਰਾਜਨੀਤਿਕ ਦੁਨੀਆ ਨਹੀਂ, ਧਾਰਮਿਕ ਦੁਨੀਆ ਦੇ ਵਿੱਚ ਦੇਖ ਲਓ। ਸਾਡੇ ਅਸੀਂ ਇੱਥੇ ਥੋੜਾ ਬਹੁਤਾ ਕੰਮ ਕਰਨਾ ਹੁੰਦਾ ਨਾ, ਜਾਂ ਅਸੀਂ ਤੇ ਸਾਡੀ ਕਦੀ ਕਨੈਕਟੀਵਿਟੀ ਦੀ ਪ੍ਰੋਬਲਮ ਆਉਂਦੀ ਹੈ। ਅੱਜ ਹਰਪ੍ਰੀਤ ਸਿੰਘ ਦੀ ਕਿੰਨੀ ਮੁਸ਼ਕਲ ਆਈ ਹੈ ਕਨੈਕਟੀਵਿਟੀ ਦੀ ਪ੍ਰੋਬਲਮ ਦੀ, ਕਿਸੇ ਦੀ ਆਵਾਜ਼ ਨਹੀਂ ਆਉਂਦੀ, ਕਿਸੇ ਦੀ ਆਵਾਜ਼ ਮਾਈਕ ਨਹੀਂ ਚੱਲ ਰਿਹਾ, ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ, ਕਦੀ ਕਿਸੇ ਪ੍ਰੋਬਲਮ ਆਉਂਦੀ ਹੈ। ਕੁਝ ਦਿਨ ਪਹਿਲੇ ਸਾਡਾ ਵੈਸੇ ਹੀ ਕਨੈਕਟ ਨਹੀਂ ਹੋਇਆ, ਪ੍ਰੋਗਰਾਮ ਹੀ ਨਹੀਂ ਕਰ ਪਾਏ ਸੀ ਅਸੀਂ। ਜਾਂ ਹੋਰ ਵੀ ਕਦੀ ਅਸੀਂ ਦੇਖਦੇ ਹਾਂ ਕਿਸੇ ਜਗ੍ਹਾ ਤੇ ਜਿੱਥੇ ਇੱਕ ਚੰਗੀ ਗੱਲ ਹੋ ਰਹੀ ਹੁੰਦੀ ਹੈ ਨਾ, ਇੱਕ ਵਿਦਵਾਨ ਲੋਕ ਜੁੜੇ ਹੁੰਦੇ ਨੇ ਜਿਨ੍ਹਾਂ ਨੇ ਗੁਰਮਤ ਦੀ ਸਹੀ ਢੰਗ ਨਾਲ ਗੱਲ ਕਰਨੀ ਹੁੰਦੀ ਹੈ, ਉੱਥੇ ਤੁਸੀਂ ਜਾ ਕੇ ਦੇਖਣਾ ਕਦੀ ਉਹਨਾਂ ਦੇ ਮਾਈਕ ਦੀ ਸਾਊਂਡ ਇਹੋ ਜਿਹੀ ਹੁੰਦੀ ਹੈ ਕਿ ਉਹ ਕਲੀਅਰ ਆਵਾਜ਼ ਨਹੀਂ ਆਉਂਦੀ, ਕਦੀ ਉਹਨਾਂ ਨੂੰ ਠੀਕ ਹਾਲ ਨਹੀਂ ਮਿਲਦਾ, ਕਦੀ ਉਹਨਾਂ ਦੀ ਇੰਟਰਨੈਟ ਦੀ ਕੁਝ ਪ੍ਰੋਬਲਮ ਹੋ ਜਾਂਦੀ ਹੈ। ਸਾਰੀਆਂ ਦਿੱਕਤਾਂ ਉੱਥੇ ਆਉਂਦੀਆਂ ਹਨ। ਔਰ ਜਿਹੜੇ ਆਪਣੇ ਆਪ ਜਿੱਥੇ ਜਿੱਥੇ ਜਿੰਨਾ ਵੱਡਾ ਪਖੰਡ ਹੁੰਦਾ ਨਾ, ਜਿੰਨਾ ਵੱਡਾ ਪਖੰਡੀ ਔਰ ਜਿੰਨਾ ਗੁਰਮਤ ਤੋਂ ਉਲਟ ਗੱਲ ਕਰਨੀ ਹੁੰਦੀ ਹੈ, ਉੱਥੇ ਜਾ ਕੇ ਉਹਨਾਂ ਦੇ ਪ੍ਰੋਗਰਾਮ ਦੇਖਣਾ। ਕਈ LED LCD ਉਹਨਾਂ ਦੀ ਲੱਗੀਆਂ ਹੁੰਦੀਆਂ, ਪ੍ਰੋਗਰਾਮ ਦੂਰ ਤੱਕ ਉਹਨਾਂ ਦੀ ਕਨੈਕਟੀਵਿਟੀ ਹੁੰਦੀ ਹੈ। ਮਾਈਕ ਇੱਕ ਤੋਂ ਇੱਕ ਵਧੀਆ ਕੁਆਲਿਟੀ ਦਾ ਉਹਨਾਂ ਦਾ ਜਿਹੜਾ ਹੈਗਾ ਉਹ ਮਾਈਕ ਹੁੰਦਾ। ਸਟੇਜ ਐਂਡ ਫਸਟ ਕਲਾਸ ਸੱਜੀ ਹੋਏਗੀ ਬਿਲਕੁਲ ਉਹਨਾਂ ਦੀ, ਔਰ ਹਾਈ ਸਪੀਡ ਇੰਟਰਨੈਟ ਲੱਗੇ ਹੁੰਦੇ ਨੇ ਉਹਨਾਂ ਦੇ। YouTube ਤੇ ਉਹਨਾਂ ਦੀਆਂ ਵੀਡੀਓਜ਼ ਧੜਾ-ਧੜ ਚੱਲਦੀਆਂ, ਜਿਹੜੇ ਆਪਣੇ ਆਪ ਨੂੰ ਸਾਇੰਸ ਤੋਂ ਵੱਖਰਾ ਕਹਿੰਦੇ ਆ, ਸਾਇੰਸ ਨੂੰ ਨਿੰਦਦੇ ਨੇ, ਸਾਇੰਸ ਨੂੰ ਗਾਲਾਂ ਕੱਢਦੇ ਨੇ। ਸਭ ਤੋਂ ਜ਼ਿਆਦਾ YouTube ਦਾ ਉਹ ਇਸਤੇਮਾਲ ਕਰਦੇ ਨੇ। ਫੇਸਬੁੱਕ ਭਾਵੇਂ ਇੰਟਰਨੈਟ, ਭਾਵੇਂ ਟਿਕਟੌਕ, ਭਾਵੇਂ ਕੋਈ ਹੋਰ, ਜਿਤਨੀ ਵੀ ਇਹ ਟੈਕਨੋਲੋਜੀ ਹੈ ਨਾ, ਸਾਰੀ ਟੈਕਨੋਲੋਜੀ ਉਹ ਬੰਦੇ ਟੌਪ ਦੀ ਸਭ ਤੋਂ ਜਿਹੜੀ ਹੁੰਦੀ ਹੈ ਨਾ ਬੈਸਟ, ਉਹ ਟੈਕਨੋਲੋਜੀ ਯੂਜ਼ ਕਰਦੇ ਨੇ। ਉਹਨਾਂ ਨੂੰ ਮਿਲਦੀ ਵੀ ਹੈ, ਜਿਹੜੇ ਕਿ ਗੁਰਮਤ ਸਿਧਾਂਤਾਂ ਤੋਂ ਉਲਟ ਹੁੰਦੇ ਨੇ। ਔਰ ਜਿੱਥੇ ਸਾਨੂੰ ਠੀਕ ਗੱਲਬਾਤ ਸੁਣਨ ਨੂੰ ਹੁੰਦੀ ਹੈ, ਉੱਥੇ ਜਾ ਕੇ ਮੈਂ ਕਈ ਜਗ੍ਹਾ ਦੇਖਿਆ, ਉੱਥੇ ਤਕਰੀਬਨ ਜਿਹੜੀ ਸਾਨੂੰ ਇਹੀ ਪ੍ਰੋਬਲਮਸ ਜਿਹੜੀਆਂ ਮਿਲਦੀਆਂ। ਸੋ ਧਰਮ ਦੀ ਦੁਨੀਆ ਦੇ ਵਿੱਚ ਹੈਗੀ ਅਵਰ ਉਪਦੇਸ਼ ਸੇ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੈ। ਅਵਰ ਉਪਦੇਸ਼ ਹੈ ਆਪ ਨਾ ਕਰ, ਦੁਨੀਆ ਨੂੰ ਉਪਦੇਸ਼। ਸਾਡੇ ਵਰਗੇ, ਮੇਰੇ ਵਰਗੇ ਕਈ ਬੈਠੇ ਨੇ, ਅਸੀਂ ਤਾਂ ਕੁਝ ਵੀ ਨਹੀਂ ਹੈਗੇ, ਸਾਡਾ ਤਾਂ ਪਲੇਟਫਾਰਮ ਨਹੀਂ ਹੈਗਾ। ਅੱਜ ਇਹਦੇ ਤੇ ਵੀ ਕਨੈਕਟੀਵਿਟੀ ਜਦੋਂ ਹੁੰਦੀ ਹੈ ਨਾ, ਜ਼ੂਮ ਤੇ ਵੀ, ਤੇ ਸਾਡੇ ਵਰਗੇ ਕਈ ਬੈਠੇ ਨੇ, 150, 200 ਕਨੈਕਟ ਕਰਦੇ ਨੇ ਉਹਨਾਂ ਦੇ ਪਾਰਟਿਸਪੈਂਟਸ। ਲੇਕਿਨ ਜਿਹੜੀ ਗੱਲ ਜਿਹੜੀ ਹੈ ਨਾ, ਸਾਰੀ ਅੰਦਰ ਦੀ ਆਵਤ ਜਾਵਤ ਜਨਮੇ ਮਰੈ। ਬ੍ਰਹਮ ਗਿਆਨੀ ਸੰਤ ਜੀ ਸਾਰੇ ਬੈਠੇ ਹੋਏ ਨੇ। ਟੀਵੀ ਚੈਨਲ ਖੋਲ ਲੋ, ਭਾਵੇਂ ਅੱਜ ਕੱਲ ਆਨਲਾਈਨ ਦਾ ਬੜਾ ਚੱਲ ਗਿਆ ਅੱਜ ਕੱਲ, ਅਦਰਵਾਈਜ਼ ਹੋਰ ਵੀ YouTube ਖੋਲੋ, ਚਾਹੇ ਹੋਰ ਕਿਤੇ ਭਰੇ ਪਏ ਸਭ ਕੁਝ। ਵੱਡੀਆਂ ਵੱਡੀਆਂ ਸਟੇਜਿਸ ਹੈਗੇ ਨੇ, ਵੱਡੇ ਵੱਡੇ ਉਹਨਾਂ ਦੇ ਲੱਖਾਂ ਫਾਲੋਅਰਸ ਹੈਗੇ ਨੇ, ਲੇਕਿਨ ਉਹਨਾਂ ਦਾ ਜੀਵਨ, ਉਹਨਾਂ ਦੇ ਅੰਦਰ, ਉਹਨਾਂ ਦੇ ਝਾਂਕ ਕੇ ਦੇਖੋ ਤੇ ਪਤਾ ਲੱਗਦਾ ਕੀ ਹੈਗਾ, ਅਸਲੀਅਤ ਕੀ ਹੈਗੀ। ਨਾਮ ਦੇ ਅੱਗੇ ਉਹਨਾਂ ਦੇ ਦੇਖੋਗੇ ਤੇ ਸੰਤ ਜੀ, ਮਹਾਂਪੁਰਖ ਜੀ, ਗਿਆਨੀ ਜੀ, ਬ੍ਰਹਮ ਗਿਆਨੀ ਜੀ, ਬੜੇ ਤਗਮੇ ਨਾਮ ਦੇ ਅੱਗੇ ਲੱਗੇ ਹੁੰਦੇ ਨੇ। ਪਰ ਸਾਨੂੰ ਨਹੀਂ, ਕਿਸੇ ਨੂੰ ਵੀ ਅੱਜ ਤੱਕ ਸਮਝ ਨਹੀਂ ਆਈ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ
गुरु गोबिंद सिंह साहब का टाइम तक देख लो, जितने भी बड़े बड़े वड्डे वड्डे महान सिखा के नाम सानू मिल जाएंगे, भावें वो मरदाना जी सी, भावें सारे जिन्ने भी नाम मिलणगे, किसी के नाम दे के संत नहीं लग्या मिलिया सामने तक। भाई मरदाना, भाई गुरदास जी, या अगे जाके भाई तारू जी, भाई दयाला जी, भाई मतीदास, भाई सतीदास, सारे गुरु तेग बहादुर साहब, गुरु गोबिंद सिंह साहब तक एक भी सिख, एक भी वड्डे तो वड्डा गुरसिख दा नाम ले लो, किसी दे नाम दे के संत लफज नहीं सी लग्या, ब्रह्मगानी लफज नहीं सी लग्या। और उस तो बाद भी देखिए, गुरु गोबिंद सिंह तो बाद का भी टाइम देखो, बाबा बंदा सिंह बहादुर, ये उन्होंने दे नाम लै रहे जिहड़े वड्डे वड्डे नाम सी। उस तो बाद महाराजा रणजीत सिंह का टाइम आया, उदों तक भी जिहड़े योधे होए ने, श्याम सिंह, अकाली बाबा फूला सिंह, हरी सिंह नलूआ, ये सारे वड्डे वड्डे जिन्हां दे नाम हुए ने, जिन्हां ने बड़े बड़े वड्डे चाहे वो किसी भी तरह का काम किया, किसी दे अगे संत लफज नहीं सी आया। ईवन ननकाना साहब दे साके दे विच तक 1921 दा जिहड़ा साका होया, उदों तक भी जिहड़े उत्थे शहादत जिन्हां ने लई, उदों तक भी उन्हां नाल भी संत लफज नहीं सी आया। ये उस तो बाद जिहड़ा है, समझ लो कि 100 साल दे या 80-90 साल दे दा पीरियड है, 1921 तो लैके अज 2020 का पीरियड चल रहा है। 1921 तो होर 5-7-10 साल लगे चलीए, तकरीबन सिर्फ 70-80 साल का जिहड़ा पीरियड है ना, 70-80 सालों के विच ही सारा संत ब्रह्म ज्ञानी पैदा होए। इस तो पहले कोई संत ब्रह्म ज्ञानी नहीं सी हुंदे, और सारे जिहड़े ने वो उसी लाइन च खड़े ने कि अवर उपदेसिया अपना करा। लेकिन जितनी भी गल असी गुरबाणी दी पढ़दे हैं ना, सिर्फ उपदेश देण लई नहीं सी हैगी, उपदेश लैण लई है। जिन्हों जिन पता लगती है वो अपना सिर्फ शेयरिंग करता है, किसी को यह उम्मीद नहीं रख सकते कि उस गल को एक्सैप्ट ही करेगा। अदरवाइज बाणी जड़ी है, जे बाबा लहना गुरु अंगद बन सकते हैं, तो मैनू लगता है कि हर सिख को अपॉर्चुनिटी गुरु साहब ने, गुरु नानक साहब ने दी हुई कि हर सिख उस कैटेगरी तक, उस लैवल तक पहुंच सकता है। ये अपॉर्चुनिटी सानू ही हर एक नू हैगी। हुण गल शायद किसी नू ऑब्जेक्शनेबल लगे, किसी नू इस गल दी ऑब्जेक्शन भी होए कि भाई यह किस तरह हो सकता है कि हर एक सिख जिहड़ा है वो गुरु साहब की बराबरी किस तरह कर सकता है, यह क्वेश्चन भी आ सकता है। लेकिन यस, बाणी यह अपॉर्चुनिटी सानू दिंदी है कि असी भी हर एक सिख उस लैवल तक, उस बराबरी तक पहुंच सकता है। किस तरह? बाणी नू गुरु का दर्जा दिता है, सारे मनते हैं बाणी गुरु, गुरु है बाणी। और कितने ही जगह सानू प्रमाण मिलते हैं गुरबाणी नू जिहड़ा है वो गुरु का दर्जा दिता है। और सिख नू की हिदायत है? सिख की हिदायत है सतगुर की बाणी सत स्वरूप है, गुरबाणी बनी है। गुरबाणी बन, गुरबाणी बनी है की मतलब है? तू वो दर्जा हासिल कर जो सतगुर की बाणी, वो बाणी सत स्वरूप है ना, तू भी गुरबाणी बन, तू भी गुरबाणी के बराबर हो सकता है। सो यह अपॉर्चुनिटी जी है ना, जो असीं गल करते हैं ना कि गुरु साहब ने जी वो ताकत, वो समर्था हर एक नू, एक बिल्कुल नीवी पदर दे बंदे तक नू वो चीज, वो अपॉर्चुनिटी दी कि तू भी वड्डी तो वड्डी पदवी प्राप्त कर सकता है। हर एक सिख नू है, हर एक आम बंदे नू सिर्फ अपने तक वो बामणा वाला नहीं सी कि ज्ञान भी मैं लवांगा और उस तो बाद जिहड़ा नीवी जात दा या नीवी सोच दा या नीवे पदर दा बंदा है उन्होंने हक ही नहीं है कि उठ सके। गुरु साहब की बड़ी वड्डी, असीं पहले भी गल की कि गुरु साहब की बड़ी वड्डी देन है कि हर एक इंसान नू यह अपॉर्चुनिटी दी है कि तू उस अकाल पुरख, उस रब तक पहुंच सकता है आप। तेन किसी दी सहारे की लोड़ नहीं है, तेन किसी दे पैरों से डिगन की लोड़ नहीं है। हर एक चीज तेरे अंदर पूरी समर्था तेन उस अकाल पुरख ने तेन दे के भेजा।
ਲੇਕਿਨ ਅਸੀਂ ਸਾਰੀ ਸਿੱਖੀ ਜਿਹੜੀ ਹੈ ਨਾ ਉਹ ਬਾਹਰਲੇ ਸਰੂਪ ਤਾਂ ਅੱਜ ਸਾਰੀ ਗੱਲ ਉਹੀ ਚੱਲ ਰਹੀ ਹੈ। ਬਾਹਰ ਭੇਖ ਨਾ ਕਾਹੂ ਪੀਣ ਆਵਤ ਜਾਵਤ, ਇਹ ਸਾਰੀ ਗੱਲ ਜਿਹੜੀ ਸਿਰਫ ਸਾਰੀ ਗੱਲ ਸਾਨੂੰ ਸਮਝਾਈ ਜਾ ਰਹੀ ਕਿ ਜਿਹੜੀ ਬਾਹਰਲਾ ਸਰੂਪ ਜਿਹੜਾ ਅਸੀਂ ਸਾਰੀ ਸਿੱਖੀ ਬਾਹਰ ਦੀ ਸਮਝ ਲਈਏ, ਕੇਵਲ ਬਾਹਰ ਦੀ ਸਿੱਖੀ ਸਰੂਪ ਦੀ। ਕੇਸ ਦਾੜੀ ਰੱਖ ਲਈ, ਪਗੜੀ ਬੰਨ ਲਈ, ਉਤੋਂ ਗਾਤਰਾ ਪਾ ਲਿਆ, ਚੋਲਾ ਪਾ ਲਿਆ, ਗੋਲ ਪੱਗ ਬੰਨ ਲਈ, ਇਹ ਸਾਰਾ ਸਰੂਪ ਬਣਾ ਲਿਆ, ਸਿੱਖ ਬਣ ਗਏ। ਇੱਕ ਸਟੇਟਮੈਂਟ ਨਾ ਸਾਡੇ 'ਚ ਬੜੀ ਕਾਮਨ ਹੈਗੀ ਹੈ, ਤੁਸੀਂ ਕਈ ਵਾਰੀ ਸੁਣੀ ਹੋਣੀ ਹੈ ਕਿ ਇੱਕ ਬੰਦੇ ਨੂੰ ਜਿਹੜਾ ਬੱਚਾ ਨਵਾਂ ਬੱਚਾ ਜਨਮਿਆ, ਉਸ ਨਵੇਂ ਬੱਚੇ ਜਨਮੇ ਨੂੰ ਤੁਸੀਂ ਕੋਈ ਧਰਮ ਨਾ ਪੜਾਓ, ਨਾ ਉਹਨੂੰ ਮੁਸਲਮਾਨ ਬਣਾਓ, ਨਾ ਸਿੱਖ ਬਣਾਓ, ਨਾ ਹਿੰਦੂ ਬਣਾਓ, ਨਾ ਕੁਛ ਨਾ ਬਣਾਓ, ਉਹਨੂੰ ਐਜ਼ ਇਟ ਇਜ਼ ਰਹਿਣ ਦਿਓ ਜਿਸ ਤਰ੍ਹਾਂ ਹੈਗਾ। ਉਹ ਕੁਝ ਸਾਲਾਂ ਬਾਅਦ ਨਾ ਸਿੱਖ ਹੀ ਬਣੇਗਾ। ਇਹ ਸਟੇਟਮੈਂਟ ਅਸੀਂ ਮੈਨੂੰ ਲੱਗਦਾ ਸਭ ਨੇ ਸੁਣੀ ਹੋਣੀ ਹੈ, ਪਰ ਮੈਨੂੰ ਲੱਗਦਾ ਕਿ ਕਿਤੇ ਇਹ ਸਟੇਟਮੈਂਟ ਨਾ ਆਪਣੇ ਆਪ ਦੇ ਵਿੱਚ ਕੰਟਰੋਵਰਸ਼ੀਅਲ ਹੈਗੀ ਹੈ, ਸਾਨੂੰ ਇਹਦੇ ਤੇ ਸੋਚਣਾ ਚਾਹੀਦਾ। ਇਹ ਸਟੇਟਮੈਂਟ ਅਸੀਂ ਤਾਂ ਦਿੰਦੇ ਹਾਂ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਇੱਕ ਬੱਚਾ ਜਿਹੜਾ ਹੈਗਾ ਉਹਨੂੰ ਕੁਝ ਵੀ ਨਾ ਬਣਾਓ, ਵੱਡਾ ਹੋ ਕੇ ਸਿੱਖ ਬਣੇਗਾ। ਅਸੀਂ ਸੋਚਦੇ ਹਾਂ ਕਿ ਉਹ ਅਸੀਂ ਸਟੇਟਮੈਂਟ ਤਾਂ ਬਣਾਈ ਹੋਈ ਹੈ ਕਿ ਉਸ ਬੱਚੇ ਦੇ ਕੇਸ ਆ ਜਾਣਗੇ, ਉਹਦੀ ਦਾੜੀ ਆ ਜਾਏਗੀ, ਮਤਲਬ 15 16 17 ਸਾਲ ਤੱਕ ਉਹਦੀ ਦਾੜੀ ਆ ਜਾਏਗੀ, ਉਹਦੇ ਕੇਸ ਆ ਜਾਣਗੇ ਤੇ ਉਹ ਸਿੱਖ ਬਣ ਜਾਏਗਾ। ਇਹਦਾ ਮਤਲਬ ਅਸੀਂ ਕੇਸ ਦਾੜੀ ਨੂੰ ਹੀ ਸਿੱਖੀ ਸਮਝ ਲਈਏ ਸਾਰੇ। ਕਿਆ ਵਾਕਈ ਅਸੀਂ ਸਮਝਦੇ ਕਿ ਉਹਨੂੰ ਹੋਰ ਕੋਈ ਸਿੱਖਿਆ, ਕੋਈ ਹੋਰ ਕੁਝ ਗੁਰਮਤ ਕੋਈ ਚੀਜ਼ ਸਿੱਖਣ ਦੀ ਲੋੜ ਨਹੀਂ, ਕੇਵਲ ਕੇਸ ਦਾੜੀ ਆ ਜਾਣਗੇ, ਸਿੱਖ ਬਣ ਜਾਏਗਾ। ਸੋ ਇਸ ਗੱਲ ਦੇ ਉੱਤੇ ਨਾ ਸਾਨੂੰ ਥੋੜਾ ਜਿਹਾ ਸੋਚਣਾ ਚਾਹੀਦਾ ਹੈ ਕਿ ਸਿਰਫ ਕੇਸ ਦਾੜੀ ਰੱਖ ਲੈਣੇ ਹੀ ਸਿੱਖੀ ਨਹੀਂ ਹੈ। ਸਿੱਖੀ ਬਹੁਤ ਮਹਾਨ ਹੈ, ਉਹਦੇ ਵਿੱਚ ਬਹੁਤ ਕੁਝ ਸਿੱਖਣਾ ਪੈਂਦਾ, ਬਹੁਤ ਕੁਝ ਕਰਨਾ ਪੈਂਦਾ, ਆਪਣੇ ਆਪ ਨੂੰ ਸੋਧਣਾ ਪੈਂਦਾ, ਬਹੁਤ ਕੁਝ ਉਹਦੇ ਨਾਲ ਕੁਝ ਹੋਰ ਵੀ ਜੁੜਿਆ ਹੋਇਆ। ਸਿਰਫ ਬਾਹਰਲੀ ਅਸੀਂ ਉਸ ਗੱਲ ਨੂੰ ਸਿੱਖੀ ਨਹੀਂ ਸਮਝ ਸਕਦੇ ਕਿ ਕਿਸੇ ਦੇ ਕੇਸ ਦਾੜੀ ਆ ਜਾਏ ਤੇ ਉਹ ਬੜੇ ਸਾਰੇ ਹੋਰ ਵੀ ਫਿਰਕੇ ਹੈਗੇ ਨੇ ਜਿਹੜੇ ਕਿ ਕੇਸ ਨਹੀਂ ਕਟਾਉਂਦੇ, ਜਾਂ ਇਹ ਸਿੱਖੀ ਉਸ ਤੋਂ ਡਿਫਰੈਂਟ ਹੈ। ਕੇਸ ਤੇ ਹੈ ਹੀ ਨੇ, ਉਹਦੇ ਨਾਲ ਹੋਰ ਬੜੀਆਂ ਚੀਜ਼ਾਂ ਜੁੜੀਆਂ ਹੋਈਆਂ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ, ਸਿਰਫ ਗੱਲ ਅੱਜ ਸਾਰੇ ਭੇਖ ਦੀ ਚੱਲ ਰਹੀ ਹੈ। ਅਸੀਂ ਹੁਣ ਕੇਸ ਦਾੜੀ ਰੱਖੇ ਹੋਏ ਨੇ, ਗਾਤਰਾ ਵੀ ਪਾਇਆ, ਗੁਰਦੁਆਰੇ ਵੀ ਜਾਂਦੇ ਆ, ਪਾਠ ਵੀ ਰੱਖਦੇ ਆ। ਹੁਣ ਅੱਗੇ ਆਉਣ ਵਾਲੀ ਹੈ ਰੱਖੜੀ, ਦੇਖ ਲੈਣਾ ਸਾਰੀਆਂ ਚੀਜ਼ਾਂ ਸਾਹਮਣੇ ਆ ਜਾਣਗੀਆਂ। ਬਾਹਰ ਭੇਖ ਨਾ ਕਾਹੂ ਪੀਣ, ਜਾਨਨ ਹਰ ਪ੍ਰਭੂ ਪਰਬੀਨ, ਸਾਰੀਆਂ ਗੱਲਾਂ ਸਾਨੂੰ ਉਸ ਦਿਨ ਸਮਝਣੀਆਂ ਪੈਣਗੀਆਂ। ਅਸੀਂ ਵਕਤ ਆ ਰਿਹਾ, ਬਸ ਥੋੜੇ ਦਿਨ ਦੀ ਗੱਲ ਹੈ, ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਜਾਣਗੀਆਂ। ਪਰ ਜਿਹੜਾ ਰੱਖੜੀ ਦੀ ਗੱਲ ਅਸੀਂ ਸਮਝਦੇ ਹਾਂ ਕਿ ਠੀਕ ਹੈ, ਕੋਈ ਮਨਾਏ ਨਾ ਮਨਾਏ, ਕਿਸੇ ਦਾ ਆਪਣਾ ਕੋਈ ਵਿਸ਼ਵਾਸ ਹੈ, ਉਹਨੂੰ ਕਰੇ, ਆਪਣੇ ਘਰ ਦੇ ਵਿੱਚ ਬੱਚਿਆਂ ਨਾਲ ਮਨਾਏ, ਭੈਣ ਭਰਾ ਨੇ ਉਹ। ਲੇਕਿਨ ਸਿੱਖ ਹੋਣ ਦੇ ਨਾਤੇ ਸਾਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇੱਕ ਕੁੜੀ ਔਰ ਮੁੰਡੇ ਦਾ ਫਰਕ ਜਿਹੜਾ ਹੈ ਉਹ ਕਿਤੇ ਵੀ ਸਿੱਖੀ 'ਚ ਪ੍ਰਵਾਨ ਨਹੀਂ। ਪਰ ਜੇ ਘਰ ਦੇ ਵਿੱਚ ਕਿਸੇ ਦੇ ਘਰ ਦੇ ਵਿੱਚ ਦੋ ਅਗਰ ਲੜਕੀਆਂ ਨਾ, ਦੋ ਕੁੜੀਆਂ ਕਿਸੇ ਦੇ ਘਰ, ਤੇ ਉਸ ਦਿਨ ਉਹਨੂੰ ਅਹਿਸਾਸ ਜ਼ਰੂਰ ਹੁੰਦਾ ਉਸ ਕੁੜੀਆਂ ਨੂੰ ਵੀ ਤੇ ਉਹਨਾਂ ਦੇ ਮਾਪਿਆਂ ਨੂੰ ਵੀ। ਉਹ ਕਹਿੰਦੇ ਵੀ ਨੇ ਤੁਹਾਡਾ ਭਰਾ ਹੁੰਦਾ ਤੇ ਤੁਸੀਂ ਵੀ ਰੱਖੜੀ ਬਣਵਾਉਂਦੀਆਂ, ਤੁਸੀਂ ਵੀ ਰੱਖੜੀਆਂ ਬੰਨ੍ਹਦੀਆਂ, ਇਸ ਤਰ੍ਹਾਂ ਉਹਨਾਂ ਦੇ ਘਰ ਉਹ ਕੁੜੀਆਂ ਨੂੰ ਅਹਿਸਾਸ ਦਿਵਾਉਂਦੇ ਨੇ ਕਿ ਤੁਹਾਡਾ ਭਰਾ ਨਹੀਂ ਹੈ, ਹੁਣ ਇਸ ਕਰਕੇ ਰੱਖੜੀ ਦੇ ਉਹਦੇ ਤੋਂ ਤੁਸੀਂ ਵਾਂਝੇ ਰਹਿ ਗਏ। ਕੀ ਉਹ ਕੁੜੀ ਮੁੰਡੇ ਦਾ ਫਰਕ ਅਸੀਂ ਘਰ 'ਚ ਕਰਦੇ ਨਹੀਂ ਪਏ? ਇਹ ਚੀਜ਼ਾਂ ਸਾਨੂੰ ਸਮਝਣੀਆਂ ਚਾਹੀਦੀਆਂ। ਔਰ ਫਿਰ ਸਭ ਤੋਂ ਵੱਡੀ ਗੱਲ, ਜੇ ਇੰਨੀ ਕਿਸੇ ਆਮ ਤੌਰ ਤੇ ਕਈ ਵਾਰੀ ਦੇਖਦੇ ਆ ਨਾ, ਕਈ ਵਾਰੀ ਘਰ ਦੇ ਵਿੱਚ ਇੱਕ ਭੈਣ ਵੱਡੀ ਹੁੰਦੀ ਹੈ ਔਰ ਵੱਡੀ ਔਰ ਕੁੜੀਆਂ ਜਿਹੜੀਆਂ ਹੈਗੀਆਂ ਉਹ ਆਪਣੀ ਜ਼ਿੰਮੇਵਾਰੀ ਜਿਹੜੀਆਂ ਨਾ ਉਹ ਜ਼ਿਆਦਾ ਚੰਗੀ ਤਰ੍ਹਾਂ ਸਮਝਦੀਆਂ, ਘਰ ਦੇ ਕੰਮਾਂ ਦੀਆਂ ਜਾਂ ਹੋਰ ਰਿਸਪੌਂਸਿਬਿਲਿਟੀਜ਼ ਨੂੰ ਬੜੀ ਜਲਦੀ ਔਰ ਬੜੇ ਚੰਗੇ ਤਰੀਕੇ ਨਾਲ ਨਿਭਾਉਣਾ ਸਿੱਖ ਲੈਂਦੀਆਂ। ਇਹ ਕੁਦਰਤ ਦੇ ਵੱਲੋਂ ਉਹਨਾਂ ਨੂੰ ਇੱਕ ਗਿਫਟ ਹੈ। ਔਰ ਕਈ ਵਾਰੀ ਆਮ ਘਰਾਂ 'ਚ ਦੇਖਦੇ ਹਾਂ, ਜਿਹੜੀ ਕੁੜੀ ਘਰ ਦੇ ਵਿੱਚ ਇੱਕ ਮੁੰਡਾ ਹੈਗਾ ਛੋਟਾ ਜਾਂ ਕੁੜੀ ਵੱਡੀ ਹੈ, ਤੇ ਅਗਰ ਉਹਨਾਂ ਦੇ ਥੋੜਾ ਜਿਹਾ ਜ਼ਿਆਦਾ ਗੈਪ ਹੈ ਨਾ ਏਜ ਦਾ, ਤੇ ਕਈ ਵਾਰੀ ਉਹ ਕੁੜੀ ਜਿਹੜੀ ਹੈ ਉਸ ਭਰਾ ਦੇ ਸਾਰੇ ਕੰਮ ਵੀ ਕਰਦੀ ਹੈ, ਮਾਂ ਵਰਗੇ ਕੰਮ ਕਰ ਲੈਂਦੀ। ਉਹਦੇ ਕੱਪੜੇ ਪ੍ਰੈਸ ਕਰ ਲੇਗੀ, ਉਹਨੂੰ ਕੱਪੜੇ ਪਵਾ ਵੀ ਦੇਗੀ, ਉਹਨੂੰ ਸਕੂਲ ਵੀ ਲੈ ਜਾਏਗੀ ਹੱਥ ਫੜ ਕੇ, ਉਹਨੂੰ ਰੋਟੀ ਵੀ ਪਾ ਕੇ ਦੇਗੀ, ਉਹਦਾ ਧਿਆਨ ਵੀ ਰੱਖੇਗੀ, ਸਾਰੇ ਕੰਮ ਕਰ ਲੇਗੀ ਉਹਦੇ। ਲੇਕਿਨ ਰੱਖੜੀ ਬਣਾਉਣ ਵੇਲੇ ਦਿਨ ਆਏਗਾ ਤੇ ਉਹ ਕਹਿਣਗੇ ਭਰਾ ਨੂੰ ਰੱਖੜੀ ਬੰਨ੍ਹ, ਹੁਣ ਤੇਰੀ ਰੱਖਿਆ ਕਰੇਗਾ। ਹੁਣ
ਉਹ ਕੁੜੀ ਇਹ ਕੁਐਸਚਨ ਕਰੇ ਨਾ, ਉਹ ਸਾਰੇ ਦਿਨ ਤੇ ਰੱਖਿਆ ਮੈਂ ਇਹਦੀ ਕਰਦੀ ਆ, ਹੱਥ ਫੜ ਕੇ ਮੈਂ ਇਹਨੂੰ ਸੜਕ ਪਾਰ ਕਰਾਉਂਦੀਆਂ, ਸਕੂਲ ਮੈਂ ਇਹਨੂੰ ਛੱਡ ਕੇ ਆਉਂਦੀਆਂ, ਲੈ ਕੇ ਮੈਂ ਇਹਨੂੰ ਆਉਂਦੀਆਂ ਨੂੰ ਰਸਤਾ ਹੀ ਨਹੀਂ ਪਤਾ, ਰੋਟੀ ਮੈਂ ਇਹਨੂੰ ਖਵਾਉਂਦੀਆਂ ਨੂੰ ਪਤਾ ਹੀ ਨਹੀਂ, ਕੱਪੜੇ ਮੈਂ ਇਹਦੇ ਚੁੱਕ ਕੇ ਸੰਭਾਲਦੀ ਆ, ਸਾਰਾ ਕੁਝ ਤੇ ਮੈਂ ਇਹਦਾ ਕੰਮ ਕਰਦੀ, ਇਹ ਰੱਖਿਆ ਮੇਰੀ ਕਰੇਗਾ। ਜਾਂ ਕੁੜੀ ਅੱਗੇ ਜਾ ਕੇ ਕਿਤੇ ਚੰਗੇ ਆਫੀਸਰ ਲੱਗ ਜਾਏ, ਵੱਡੇ ਕਿਤੇ ਕੋਈ ਡੀਸੀ ਲੱਗ ਜਾਏ, ਕੋਈ ਹੋਰ ਆਈਐਸ ਆਫੀਸਰ ਲੱਗ ਜਾਏ, ਤੇ ਭਰਾ ਉਹਦਾ ਨਾ, ਕਿੱਥੇ ਅਸੀਂ ਕੁਐਸਚਨ ਫਿਰ ਸਾਨੂੰ ਸਮਝ ਆਉਣਾ ਚਾਹੀਦਾ ਨਾ। ਸਾਰੀਆਂ ਗੱਲਾਂ ਸਾਨੂੰ ਆਪਣੇ ਪਰਿਵਾਰਾਂ 'ਚ ਬੈਠ ਕੇ ਸੋਚਣੀ ਸਮਝਣੀ ਚਾਹੀਦੀ ਕਿ ਅਸੀਂ ਕਿਆ ਕੁੜੀ ਮੁੰਡੇ 'ਚ ਫਰਕ ਨਹੀਂ ਰੱਖਦੇ ਕਿ ਇਹ ਸਾਰੇ ਕਰਕੇ। ਸਾਡੇ ਹੁਣ ਦੀ ਗੱਲ ਹੈ ਕਿ ਪ੍ਰੋਗਰਾਮ ਅਸੀਂ ਕੀਤਾ ਸੀ ਪਿੱਛੇ ਜੇ ਪੰਜਾਬੀ ਦਾ ਜਿਹੜਾ ਕੰਪੀਟੀਸ਼ਨ ਦਾ, ਕਿਤਨੇ ਹੀ ਬੱਚੇ ਆਏ ਸਾਡੇ ਕੋਲ, ਕਰੀਬਨ 100 ਦੇ ਕਰੀਬ ਰਜਿਸਟ੍ਰੇਸ਼ਨ ਸੀ। ਉਸ ਤੋਂ ਬਾਅਦ ਅਸੀਂ ਉਹਨਾਂ ਚੋਂ ਕੁਝ ਬੱਚੇ ਆਈਡੈਂਟੀਫਾਈ ਕੀਤੇ, ਕੁਝ ਉਸ ਤੋਂ ਬਾਅਦ ਕੰਪੀਟੀਸ਼ਨ 'ਚ ਜੋ ਹੋਰ ਘਟ ਗਏ ਬੱਚੇ, ਫਿਰ ਉਸ ਤੋਂ ਬਾਅਦ ਹੋਰ ਬੱਚਿਆਂ ਦੇ ਸਵਾਲ ਜਵਾਬ ਹੋਏ, ਕਈ ਉਹਨਾਂ ਦੇ ਹੋਰ ਇਸ ਤਰ੍ਹਾਂ ਅਲੱਗ-ਅਲੱਗ ਲੈਵਲ ਦੇ ਕੰਪੀਟੀਸ਼ਨ ਹੋਏ। ਅੱਜ ਉਹ 100 ਬੱਚਿਆਂ ਦੇ ਵਿੱਚੋਂ 8 ਬੱਚੇ ਜਿਹੜੇ ਨੇ ਉਹ ਟੌਪ ਲੈਵਲ ਤੇ ਆਏ ਨੇ, ਜਿਹੜੇ ਕਿ ਪਰਫੈਕਟ ਹੈਗੇ ਨੇ ਸਪੀਚ ਦੇ ਵਿੱਚ ਜਾਂ ਬੋਲਣ ਦੇ ਵਿੱਚ, 8 ਬੱਚੇ। ਔਰ ਹੈਰਾਨਗੀ ਦੀ ਗੱਲ ਹੈ 8 ਦੀ 8 ਕੁੜੀਆਂ ਹੈ, ਇੱਕ ਵੀ ਸਾਡੇ ਕੋਲ ਮੁੰਡਾ ਨਹੀਂ ਹੈਗਾ। ਇਹਦਾ ਮਤਲਬ ਕੁੜੀਆਂ ਜ਼ਿਆਦਾ ਸਿੰਸੀਅਰ ਹੈਗੀਆਂ। ਮੇਰੀ ਕਈ ਕੁੜੀਆਂ ਨਾਲ ਗੱਲ ਹੋਈ ਕਿ ਮੈਂ ਕਿਹਾ ਇਸ ਤਰ੍ਹਾਂ, ਕਹਿੰਦੀ ਮੇਰੇ ਐਗਜ਼ਾਮ ਹੈਗੇ ਨੇ, ਉਹ ਕਹਿੰਦੇ ਨਹੀਂ ਅਸੀਂ ਕਰ ਲਵਾਂਗੇ, ਐਗਜ਼ਾਮ ਵੀ ਕਰ ਲਾਂਗੇ, ਇਹ ਵੀ ਕਰ ਲਾਂਗੇ। ਉਹ ਆਪਣੇ ਪੇਪਰ ਵੀ ਕਰਦੀਆਂ, ਘਰ ਦੇ ਕੰਮ ਵੀ ਕਰਦੀਆਂ, ਔਰ ਇਹਦੀ ਅਲੱਗ ਤੋਂ ਤਿਆਰੀ ਵੀ ਕਰਦੀਆਂ, ਪੰਜਾਬੀ ਦਾ ਜਾਂ ਹੋਰ ਗੁਰਮਤ ਦੀ ਗੱਲ, ਸਾਰਾ ਕੁਝ ਕਰ ਰਹੀਆਂ। ਤੇ ਅਸੀਂ ਰੱਖੜੀ ਵਾਲੇ ਦਿਨ ਕਵਾਂਗੇ ਜੀ ਇਹ ਤੂੰ ਭਰਾ ਤੇਰੀ ਰੱਖਿਆ ਕਰੇਗਾ। ਕਿਹੜੇ ਭੁਲੇਖਿਆਂ ਦੇ ਵਿੱਚ ਪਏ ਹੋਏ ਆ ਅਸੀਂ। ਖੈਰ ਗੱਲ ਕਿਤੇ ਹੋਰ ਚਲੀ ਗਈ। ਅਸੀਂ ਅੱਗੇ ਕਹਿੰਦੇ ਜਿਸਕੇ ਅੰਤਰ ਬਸੇ ਨਿਰੰਕਾਰ ਤਿਸकी सीख तरह संसार। जिसके अंतर बसे निरंकार, जिस दे अंदर वो निरंकार वसिया, भाव जिसने उसके हुक्मां नूं, उहदे नियम, उहदे सिस्टम नूं समझिया, उसकी सीख, वो जिहड़ा सिख, वो जिहड़ी अंदर जिहड़ा वसिया ना, तिसकी सीख तरह संसार, वो अंदर दा संसार है ना, जिहड़ा शरीर दे अंदर भी पूरा जो ब्रह्मंडे सोई पिंडे, वो सारा संसार जिहड़ा ना अंदर दा, वो तर जांदा है। जो तुम भाने तिन प्रभ जाता, नानक उंजन चरण पराता। जो तुम भाने भाव जिसने उसदे हुक्म नूं समझिया, उसदे नियम नूं, उसदे सिस्टम, जो तुम भाने तिन प्रभ जाता, समझ ला कि उसी ने प्रभ नूं जानिया, उसी नूं ही प्रभ दे बारे पता लग गया। नानक उंजन चरण पराता। नानक साहब कहते ने मैं उस जन दे चरण पराता भाव उसनूं नमस्कार करता। सो पूरे अज दे पदे दे विच जिहड़ा हैगा वो केवल ते केवल जिहड़ी सानू पहले गल कीती है ना श्लोक दी, उस श्लोक दा जिहड़ा हैगा कि बिन नामे पत जाए, बिन नामे पत जाए भाव जिहड़ा तेरा बाहरली दिख है और तेरा अंदरला हैगा वो किते आपस दे विच मैच नहीं कर रहे। इस चीज नूं ध्यान देने की लोड़ है। 7वां पदा एक बारी असीं दोबारा पढ़ के अज समाप्ति करांगे। रहत अवर कछ अवर कमावत, मन नहीं प्रीत मुखो गंड लावत। जानन हार प्रभु पर बीन, बाहर भेख न काहू पीन। अवर उपदेसे आप न करै, आवत जावत जन्मै मरै। जिसके अंतर बसे निरंकार, तिसकी सीख तरह संसार। जो तुम भाने तिन प्रभ जाता, नानक उंजन चरण पराता। भूलां चूकां दी खिमा। वाहिगुरू जी का खालसा, वाहिगुरू जी की फतेह।